ਜੀਸਸ ਪਾਵਰ। ਜੈ ਐਮਸੀ ਦੀ ਸਾਰੇ ਭੈਣ ਭਰਾਵਾਂ ਨੂੰ, ਪ੍ਰਭੂ ਦੇ ਦਾਸ ਦਾਸੀਆਂ ਨੂੰ ਜੈ ਐਮਸੀ ਦੀ। ਪਰਮੇਸ਼ਵਰ ਦਾ ਧੰਨਵਾਦ ਹੈ ਅੱਜ ਦੇ ਸਮੇਂ ਦੇ ਲਈ, ਅੱਜ ਦੇ ਦਿਨ ਦੇ ਲਈ। ਅੱਜ ਜਦੋਂ ਅਸੀਂ ਪ੍ਰਭੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਹਾਂ, ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਕੁਝ ਸਮੇਂ ਲਈ ਸਿੱਖਾਂਗੇ। ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਤੋਂ ਪਹਿਲਾਂ ਪਵਿੱਤਰ ਆਤਮਾ ਦੀ ਅਗਵਾਈ ਦੇ ਲਈ ਪ੍ਰਾਰਥਨਾ ਕਰਾਂਗੇ। ਆਈਏ ਸਭ ਕੁਝ ਸਮੇਂ ਲਈ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੇ ਵਿੱਚ ਚੱਲਾਂਗੇ। ਸਰਵਸ਼ਕਤੀਮਾਨ ਪਰਮੇਸ਼ਵਰ, ਤੇਰਾ ਧੰਨਵਾਦ ਆ, ਤੂੰ ਵਚਨ ਘੱਲਦਾ ਚੰਗਾ ਕਰਦਾ ਆ, ਤੂੰ ਵਚਨ ਭੇਜਦਾ ਔਰ ਸਿਖਾਉਣਾ ਆ। ਅੱਜ ਖੁਦਾਵੰ ਜਦੋਂ ਤੁਹਾਡੀ ਵੱਡੀ ਕਿਰਪਾ ਦੇ ਦੁਆਰਾ ਮੇਰੇ ਪਰਮੇਸ਼ਵਰ ਇਸ ਸਮੇਂ ਨੂੰ ਬਖਸ਼ਿਸ਼ ਦਿੱਤਾ ਆ, ਪ੍ਰਭੂ ਜੀ ਅਸੀਂ ਬੇਨਤੀ ਕਰਦੇ ਹਾਂ ਖੁਦਾਵੰ, ਜਿੰਨੇ ਵੀ ਤੇਰੇ ਬੱਚੇ ਇਸ ਤੇਰੀ ਬਾਣੀ ਨੂੰ ਸੁਣਨ ਪਰਮੇਸ਼ਵਰ, ਹਰ ਇੱਕ ਦੇ ਅੰਦਰ ਤੇਰਾ ਵਚਨ ਰਚ ਜਾਏ, ਹਰ ਇੱਕ ਦੇ ਅੰਦਰ ਤੇਰਾ ਵਚਨ ਚਲਾ ਜਾਏ ਔਰ ਹਰ ਇੱਕ ਜਨ ਪਰਮੇਸ਼ਵਰ ਤੇਰੇ ਵਚਨ ਨੂੰ ਸੁਣਨ ਤੋਂ ਬਾਅਦ ਨਵਾਂ ਹੋ ਜਾਏ ਮੇਰੇ ਪਰਮੇਸ਼ਵਰ। ਹਰ ਇੱਕ ਦੇ ਅੰਦਰੋਂ ਮਿਲਾਵਟ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਔਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸ਼ਕਤੀ ਆ ਜਾਏ। ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ ਦੇ ਨਾਮ ਵਿੱਚ, ਆਮੀਨ। ਜੈ ਐਮਸੀ ਦੀ ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਦਾ ਸ਼ੁਕਰ ਹੈ ਅੱਜ ਦੇ ਦਿਨ ਦੇ ਲਈ, ਅੱਜ ਦੇ ਸਮੇਂ ਦੇ ਲਈ। ਅੱਜ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਵਿੱਚੋਂ ਇੱਕ ਵਿਸ਼ੇਸ਼ ਗੱਲ ਨੂੰ ਸਿੱਖਾਂਗੇ। ਮਿਲਾਵਟ ਨੂੰ ਕੱਢਣਾ। ਅਸੀਂ ਦੂਸਰੇ ਇਤਿਹਾਸ ਦੀ ਕਿਤਾਬ ਨੂੰ ਖੋਲਾਂਗੇ। ਦੂਸਰਾ ਇਤਿਹਾਸ ਉਹਦਾ 29 ਅਧਿਆਇ ਕਰੀ ਖੋਲਾਂਗੇ। ਦੂਸਰੇ ਇਤਿਹਾਸ ਦੀ ਕਿਤਾਬ 29 ਅਧਿਆਇ ਉਹਦਾ 1 ਵਚਨ ਤੋਂ ਲੈ ਕੇ ਜਦੋਂ ਅਸੀਂ 10 ਵਚਨ ਤੱਕ ਪੜ੍ਹਦੇ ਹਾਂ, ਵਚਨ ਦੇ ਵਿੱਚ ਇੱਦਾਂ ਲਿਖਿਆ ਹੈ, ਹਿਜਕੀਯਾਹ 5 ਵਰ੍ਹਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਉਸਨੇ 29 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਹਦੀ ਮਾਤਾ ਦਾ ਨਾਮ ਅਬੀਯਾ ਸੀ ਜੋ ਜ਼ਕਰਯਾਹ ਦੀ ਧੀ ਸੀ ਅਤੇ ਸਭ ਕੁਝ ਉਸਦੇ ਪਿਤਾ ਦਾਊਦ ਨੇ ਕੀਤਾ, ਸੋ ਉਸਨੇ ਉਸੇ ਤਰ੍ਹਾਂ ਉਹ ਕੰਮ ਕੀਤੇ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸਨ। ਉਸਨੇ ਆਪਣੇ ਰਾਜ ਦੇ ਪਹਿਲੇ ਵਰ੍ਹੇ ਦੇ ਪਹਿਲੇ ਮਹੀਨੇ ਯਹੋਵਾ ਦੇ ਭਵਨ ਦੇ ਦਰਵਾਜ਼ੇ ਨੂੰ ਖੋਲ੍ਹਿਆ, ਉਹਨਾਂ ਦੀ ਮੁਰੰਮਤ ਕੀਤੀ। ਉਹ ਜਾਜਕ ਲੇਵੀਆਂ ਨੂੰ ਲੈ ਆਇਆ ਔਰ ਉਹਨਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆ ਕੀਤਾ ਅਤੇ ਉਹਨਾਂ ਨੂੰ ਆਖਿਆ, ਹੇ ਲੇਵੀਓ ਮੇਰੀ ਸੁਣੋ, ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਯਹੋਵਾ ਦੇ ਇਸ ਭਵਨ ਨੂੰ ਪਵਿੱਤਰ ਕਰੋ ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ ਨੂੰ ਬਾਹਰ ਕੱਢ ਦਿਓ, ਕਿਉਂ ਜੋ ਸਾਡੇ ਪਿਓ ਦਾਦਿਆਂ ਨੇ ਬੇਈਮਾਨੀ ਕੀਤੀ, ਜੋ ਯਹੋਵਾ ਸਾਡੇ ਪਰਮੇਸ਼ਰ ਦੀ ਨਿਗਾਹ ਵਿੱਚ ਬੁਰੀ ਹੈ, ਸੋ ਹੀ ਕੀਤਾ ਅਤੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਅਤੇ ਯਹੋਵਾ ਦੇ ਡੇਰੇ ਵੱਲੋਂ ਆਪਣਾ ਮੂੰਹ ਮੋੜ ਲਿਆ ਅਤੇ ਉਹਦੇ ਵੱਲੋਂ ਆਪਣੀ ਪਿੱਠ ਕਰ ਦਿੱਤੀ। ਉਹਨਾਂ ਨੇ ਡਿਓੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ। ਉਹਨਾਂ ਨੇ ਤੂਫ ਨਹੀਂ ਦਿਖਾਈ ਅਤੇ ਉਹਨਾਂ ਨੇ ਇਸਰਾਇਲ ਦੇ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚੋਂ ਹੋਮ ਦੀਆਂ ਬਲੀਆਂ ਨਹੀਂ ਚੜਾਈਆਂ। ਇਸ ਲਈ ਯਹੋਵਾ ਦਾ ਕਹਿਰ ਯਹੂਦਾ ਅਤੇ ਯਰੂਸ਼ਲਮ ਉੱਤੇ ਆ ਪਿਆ। ਇਸ ਲਈ ਯਹੋਵਾ ਦਾ ਕਹਿਰ ਯਹੂਦਾ ਅਤੇ ਯਰੂਸ਼ਲਮ ਉੱਤੇ ਆ ਪਿਆ ਅਤੇ ਉਸਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਹੋਲ ਅਤੇ ਹੈਰਾਨੀ ਅਤੇ ਤਿਤਕਾਰ ਵਿੱਚ ਪਾ ਦਿੱਤਾ, ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ। ਵੇਖੋ, ਇਸ ਕਰਕੇ ਸਾਡੇ ਪਿਓ ਦਾਦੇ ਤਲਵਾਰ ਨਾਲ ਮਾਰੇ ਗਏ, ਸਾਡੇ ਮੁੰਡੇ ਕੁੜੀਆਂ ਤੇ ਸਾਡੇ ਤੀਵੀਆਂ ਅਸੀਰੀ ਵਿੱਚ ਹਨ। ਹੁਣ ਮੇਰੇ ਦਿਲ ਵਿੱਚ ਹੈ ਕਿ ਮੈਂ ਯਹੋਵਾ ਇਸਰਾਇਲ ਦੇ ਪਰਮੇਸ਼ਰ ਨਾਲ ਨੇਮ ਬੰਨਾਂ ਤਾਂ ਜੋ ਉਸ ਦਾ ਕੋਰ ਕਹਿਰ ਸਾਡੇ ਉੱਤੋਂ ਟਲ ਜਾਵੇ। ਆਮੀਨ। ਪ੍ਰਭੂ ਦੇ ਬੱਚਿਓ, ਅੱਜ ਅਸੀਂ ਸੰਸਾਰ ਦੇ ਵਿੱਚ ਇੱਕ ਉਲਟੇ ਹਾਲਾਤ ਨੂੰ ਦੇਖਦੇ ਹਾਂ। ਅਸੀਂ ਸੰਸਾਰ ਦੇ ਵਿੱਚ ਇੱਕ ਉਲਟੀ ਪਰਿਸਥਿਤੀ ਨੂੰ ਦੇਖਦੇ ਹਾਂ। ਇਹਨਾਂ ਸਾਰੇ ਸਮਿਆਂ ਦੇ ਵਿੱਚ ਬਹੁਤ ਸਾਰੇ ਆਪਣੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ, ਪਰ ਮੈਂ ਯਿਸੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਭਾਸ਼ਾ ਦੇ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਵਿਚਾਰ ਦੇਣ ਲਈ ਤੁਹਾਡੇ ਵਿੱਚ ਨਹੀਂ ਹਾਂ। ਮੈਂ ਆਪਣੀ ਗੱਲਬਾਤ ਨੂੰ ਤੁਹਾਡੇ ਅੱਗੇ ਰੱਖਣ ਲਈ ਨਹੀਂ ਹਾਂ। ਮੈਂ ਪਰਮੇਸ਼ਵਰ ਦੇ ਵਚਨ ਨੂੰ ਤੁਹਾਡੇ ਵਿੱਚ, ਤੁਹਾਡੇ ਅੱਗੇ ਰੱਖਣ ਲਈ ਹਾਂ। ਪ੍ਰਭੂ ਦਾ ਦਾਸ ਪੌਲੁਸ ਕਰੰਥਸ ਦੀ ਕਲੀਸਿਆ ਨੂੰ ਕਹਿੰਦਾ, ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ, ਅਸੀਂ ਆਪਣੇ ਆਪ ਦੇ ਪ੍ਰਚਾਰਕ ਨਹੀਂ ਹਾਂ। ਮੈਂ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅਸੀਂ ਕਰੂਸ ਦਿੱਤੇ ਮਸੀਹ ਦਾ ਪ੍ਰਚਾਰ ਕਰਦੇ ਹਾਂ ਔਰ ਕਰੂਸ ਦਿੱਤੇ ਮਸੀਹ ਦੇ ਪ੍ਰਚਾਰਕ ਹਾਂ। ਪ੍ਰਭੂ ਦਾ ਵਚਨ ਇਹਨਾਂ ਸਮਿਆਂ ਦੇ ਬਾਰੇ ਕੀ ਕਹਿੰਦਾ ਹੈ, ਪ੍ਰਭੂ ਦਾ ਵਚਨ ਇਹਨਾਂ ਸਥਿਤੀਆਂ ਦੇ ਬਾਰੇ ਕੀ ਕਹਿੰਦਾ ਹੈ, ਇਸ ਗੱਲ ਨੂੰ ਅਸੀਂ ਕੁਝ ਸਮੇਂ ਲਈ ਸਿੱਖਾਂਗੇ। ਇੱਥੇ ਜੋ ਅਸੀਂ ਦੂਸਰੇ ਇਤਿਹਾਸ ਦੀ ਕਿਤਾਬ 29 ਅਧਿਆਇ ਨੂੰ 1 ਤੋਂ 10 ਤੱਕ ਪੜ੍ਹਿਆ, ਇੱਥੇ ਹੈਂਕਲ ਹੈ ਜੋ ਪਰਮੇਸ਼ਰ ਨੇ ਸੁਲੇਮਾਨ ਦੇ ਦੁਆਰਾ ਬਣਾਈ ਔਰ ਪਰਮੇਸ਼ਰ ਦਾ ਜਲਾਲ ਜਦੋਂ ਪਹਿਲੀ ਆਰਾਧਨਾ ਹੋਈ ਉਤਰਿਆ ਔਰ ਜਦੋਂ ਸੁਲੇਮਾਨ ਤੋਂ ਬਾਅਦ ਉਹਦੇ ਮੁੰਡੇ ਦੇ ਸਮੇਂ ਰਹਬੋਆਮ ਦੇ ਸਮੇਂ ਗੋਤ ਵੰਡੇ ਗਏ, 2 ਹਿੱਸਿਆਂ ਵਿੱਚ ਵੰਡ ਹੋ ਗਏ। ਉਸ ਤੋਂ ਬਾਅਦ ਬਹੁਤ ਸਾਰੇ ਰਾਜੇ ਯਹੂਦਾ ਦੇ ਹੋਏ, ਬਹੁਤ ਸਾਰੇ ਰਾਜੇ ਇਸਰਾਇਲ ਦੇ ਹੋਏ
ਔਰ ਬਹੁਤ ਸਾਰੇ ਰਾਜੇ ਇਦਾਂ ਦੇ ਹੋਏ ਜਿਨ੍ਹਾਂ ਨੇ ਯਹੋਵਾ ਪਰਮੇਸ਼ਰ ਦੀਆਂ ਵਿਧੀਆਂ ਨੂੰ, ਯਹੋਵਾ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਮੰਨਿਆ, ਯਹੋਵਾ ਪਰਮੇਸ਼ਰ ਦੀ ਆਗਿਆ ਨੂੰ ਨਹੀਂ ਮੰਨਿਆ, ਬਲਕਿ ਪਰਮੇਸ਼ਰ ਦੀ ਆਗਿਆ ਤੋਂ ਉਲਟ ਕੰਮ ਕੀਤੇ। ਔਰ ਇੱਥੇ ਜਿਹੜੀ ਸਥਿਤੀ ਨੂੰ ਅਸੀਂ ਪੜਿਆ ਹੈ, ਇੱਥੇ ਜਿਹੜੀ ਗੱਲਬਾਤ ਨੂੰ ਪੜਿਆ ਹੈ, ਇਹ ਵੀ ਇੱਕ ਇਦਾਂ ਦੀ ਗੱਲਬਾਤ ਹੈ ਕਿ ਉਹ ਪਰਮੇਸ਼ਵਰ ਦਾ ਭਵਨ, ਉਹ ਮੰਦਰ ਜਿਹੜਾ ਆਰਾਧਨਾ ਦੇ ਲਈ, ਭੇਟਾਂ ਦੇ ਲਈ ਬਣਾਇਆ ਗਿਆ ਹੈ, ਉਹਦੇ ਵਿੱਚ ਦਰਵਾਜ਼ੇ ਬੰਦ ਹਨ। ਆਰਾਧਨਾ ਦਾ ਕੰਮ ਨਹੀਂ ਹੋ ਰਿਹਾ, ਭੇਟਾਂ ਦਾ ਕੰਮ ਨਹੀਂ ਹੋ ਰਿਹਾ, ਜਾਜਕ ਆਪਣੇ ਕੰਮ ਤੋਂ ਬਾਹਰ ਹਨ, ਲੇਵੀ ਆਪਣੇ ਕੰਮ ਤੋਂ ਬਾਹਰ ਹੈ, ਔਰ ਪਰਮੇਸ਼ਵਰ ਦੇ ਮੰਦਰ ਦੇ ਦਰਵਾਜ਼ੇ ਬੰਦ ਆ, ਲੌਕ ਆ। ਔਰ ਇੱਕ ਗੱਲ ਜਿਹੜੀ ਅਸੀਂ ਇੱਥੇ ਪੜ੍ਹੀ ਹੈ 29ਵੇਂ ਅਧਿਆਏ ਉਹਦੇ 5ਵੇਂ ਵਚਨ ਦੇ ਵਿੱਚ, 5ਵੇਂ ਵਚਨ ਦੇ ਵਿੱਚ ਇਦਾਂ ਲਿਖਿਆ ਹੈ ਕਿ ਯਹੋਵਾ ਪਰਮੇਸ਼ਵਰ ਦੇ ਮੰਦਰ ਦੇ ਵਿੱਚ ਮੈਲ ਆ ਗਈ ਆ, ਗੰਦਗੀ ਆ ਗਈ ਆ, ਭ੍ਰਿਸ਼ਟ ਵਸਤੂਆਂ ਆ ਗਈਆਂ ਆ, ਅਸ਼ੁੱਧ ਚੀਜ਼ਾਂ ਆ ਗਈਆਂ ਆ। ਇਸ ਵਕਤ ਖੁਦਾ ਦਾ ਬੰਦਾ ਹਿਜਕੀਆ ਜਿਹੜਾ ਪਰਮੇਸ਼ਵਰ ਤੋਂ ਡਰਦਾ ਹੈ, ਪਰਮੇਸ਼ਵਰ ਦਾ ਖੌਫ ਮੰਨਦਾ ਹੈ, ਖੁਦਾ ਨੇ ਉਹਦੇ ਦੁਆਰਾ ਇਹ ਵੱਡਾ ਕੰਮ ਕੀਤਾ, ਭਵਨ ਦੀ ਸਫਾਈ ਦਾ ਕੰਮ, ਭਵਨ ਦੀ ਸਫਾਈ ਦਾ ਕੰਮ। ਜਦੋਂ ਭਵਨ ਦੀ ਸਫਾਈ ਦਾ ਕੰਮ ਸ਼ੁਰੂ ਹੋਇਆ, ਔਰ ਪ੍ਰਭੂ ਦਾ ਧੰਨਵਾਦ ਹੈ, ਪ੍ਰਭੂ ਦਾ ਧੰਨਵਾਦ ਹੈ, 17ਵੇਂ 18ਵੇਂ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਉੱਥੇ ਕੰਮ ਪੂਰਾ ਹੋ ਗਿਆ ਹੈ। ਪ੍ਰਭੂ ਦੇ ਬੱਚਿਓ, ਇੱਕ ਗੱਲ ਨੂੰ ਸਮਝਿਓ, ਕਿਉਂ ਕਸ਼ਟ ਸੀਗਾ। 10ਵੇਂ ਵਚਨ ਦੇ ਵਿੱਚ ਇਦਾਂ ਲਿਖਿਆ ਹੈ, ਦੂਸਰਾ ਇਤਿਹਾਸ 29 ਦਾ 10ਵਾਂ ਵਚਨ, ਹੁਣ ਮੇਰੇ ਦਿਲ ਵਿੱਚ ਇਹ ਹੈ ਕਿ ਯਹੋਵਾ ਇਸਰਾਇਲ ਦੇ ਪਰਮੇਸ਼ਵਰ ਨਾਲ ਨੇਮ ਬੰਨਾ, ਤਾਂ ਜੋ ਉਸ ਦਾ ਘੋਰ ਕਹਿਰ ਸਾਡੇ ਉੱਤੋਂ ਟਲ ਜਾਵੇ। ਇਸ ਸਮੇਂ ਪਰਮੇਸ਼ਵਰ ਦਾ ਕਹਿਰ ਕਿਉਂ ਸੀਗਾ? ਬਾਈਬਲ ਦੇ ਇਸ ਹਿੱਸੇ ਦੇ ਵਿੱਚ, ਪਿਛਲੇ ਹਿੱਸਿਆਂ ਵਿੱਚ ਪਰਮੇਸ਼ਵਰ ਦਾ ਕਹਿਰ ਕਿਉਂ ਸੀਗਾ? ਕਿਉਂਕਿ ਪਰਮੇਸ਼ਵਰ ਦੀ ਆਗਿਆਕਾਰੀ ਨਹੀਂ ਸੀਗੀ, ਪਰਮੇਸ਼ਵਰ ਦੀ ਗੱਲ ਨੂੰ ਪੂਰਾ ਕਰਨਾ ਨਹੀਂ ਸੀਗਾ। ਜਿਹੜਾ ਮੰਦਰ ਆਰਾਧਨਾ ਦੇ ਲਈ ਸੀਗਾ, ਭੇਟਾਂ ਦੇ ਲਈ ਸੀਗਾ, ਉਹ ਮੰਦਰ ਦੇ ਵਿੱਚ ਮੈਲ ਆ, ਭ੍ਰਿਸ਼ਟ ਵਸਤੂਆਂ ਆ, ਔਰ ਲੌਕ ਲੱਗਾ ਹੋਇਆ ਆ। ਆਰਾਧਨਾ ਦਾ ਕੰਮ ਨਹੀਂ ਹੋ ਰਿਹਾ, ਭੇਟਾਂ ਦਾ ਕੰਮ ਨਹੀਂ ਹੋ ਰਿਹਾ। ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪਰਮੇਸ਼ਵਰ ਦਾ ਕਹਿਰ ਉਸ ਸਥਾਨ ਦੇ ਲੋਕਾਂ ਦੇ ਉੱਤੇ ਹੈ। ਔਰ ਅੱਜ ਮੈਂ ਇਸ ਗੱਲ ਨੂੰ ਅੱਜ ਦੇ ਸਮੇਂ ਦੇ ਨਾਲ ਜੋੜਨਾ ਚਾਹੁੰਦਾ ਹਾਂ। ਇਸ ਵਕਤ ਜਿਹੜੀ ਸਥਿਤੀ ਅਸੀਂ ਦੇਖਦੇ ਹਾਂ, ਡਾਕਟਰਾਂ ਦੀ ਸਮਝ ਤੋਂ ਬਾਹਰ ਹੈ। ਡਾਕਟਰਾਂ ਦੀ ਸਮਝ ਤੇ ਨਹੀਂ ਆ ਰਿਹਾ ਕੀ ਹੋ ਗਿਆ ਹੈ, ਬਹੁਤ ਸਾਰੇ ਮਨੁੱਖਾਂ ਦੀ ਸਮਝ ਦੇ ਵਿੱਚ ਨਹੀਂ ਆ ਰਿਹਾ, ਬਹੁਤ ਸਾਰੇ ਬੁੱਧੀਜੀਵਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਇਸ ਸਮੇਂ ਕੀ ਹੋ ਰਿਹਾ ਹੈ। ਪਰ ਪਰਮੇਸ਼ਵਰ ਦਾ ਵਚਨ ਬੜਾ ਕਲੀਅਰ ਹੈ, ਬੜਾ ਸਾਫ਼ ਹੈ ਕਿ ਇਹ ਪਰਮੇਸ਼ਵਰ ਦਾ ਕਰੋਧ ਹੈ। ਕਿਉਂ ਹੈ ਪਰਮੇਸ਼ਵਰ ਦਾ ਕਰੋਧ? ਕਿਉਂਕਿ ਜਿਹੜਾ ਇਨਸਾਨ ਪਰਮੇਸ਼ਵਰ ਨੇ ਆਪਣੀ ਮਹਿਮਾ ਲਈ ਬਣਾਇਆ ਸੀਗਾ, ਜਿਹੜਾ ਇਨਸਾਨ ਪਰਮੇਸ਼ਵਰ ਨੇ ਆਪਣੀ ਬੰਦਗੀ ਦੇ ਲਈ ਬਣਾਇਆ ਸੀਗਾ, ਜਿਹੜਾ ਇਨਸਾਨ ਆਪਣੀ ਪ੍ਰਸਤਿਸ਼ ਲਈ ਬਣਾਇਆ ਸੀ, ਉਹ ਪਰਮੇਸ਼ਵਰ ਦੇ ਕੰਮਾਂ ਨੂੰ ਛੱਡ ਕੇ ਆਪਣੇ ਕੰਮਾਂ ਦੇ ਵਿੱਚ ਮਸਰੂਰ ਹੋ ਗਿਆ, ਵਿਅਸਤ ਹੋ ਗਿਆ, ਔਰ ਪਰਮੇਸ਼ਵਰ ਦਾ ਅਣਆਗਿਆਕਾਰੀ ਹੋ ਗਿਆ। ਪ੍ਰਭੂ ਦੀ ਸਤੁਤੀ ਹੋਵੇ। ਇਸ ਹਿੱਸੇ ਦੇ ਵਿੱਚ ਦੇਖਦੇ ਹਾਂ ਇੱਥੇ ਕਹਿਰ ਕਿਉਂ ਹੈ? ਕਿਉਂਕਿ ਉਹ ਮੰਦਰ ਜਿਹੜਾ ਪ੍ਰਸਤਿਸ਼ ਦੇ ਲਈ ਸੀਗਾ, ਉੱਥੇ ਪ੍ਰਸਤਿਸ਼ ਦੇ ਕੰਮ ਨਹੀਂ ਹੋ ਰਹੇ, ਉੱਥੇ ਗੰਦਗੀ ਆ ਗਈ ਆ, ਅਸ਼ੁੱਧ ਵਸਤੂਆਂ ਅੰਦਰ ਆ ਗਈਆਂ ਆ। ਇਸ ਕਰਕੇ ਕਹਿਰ ਆ ਯਹੋਵਾ ਦਾ। ਅੱਜ ਪ੍ਰਭੂ ਦੇ ਬੱਚਿਓ, ਇਸ ਗੱਲ ਨੂੰ ਜਾਣ ਲਓ, ਅੱਜ ਇਸ ਗੱਲ ਨੂੰ ਜਾਣ ਲਓ ਔਰ ਸਮਝ ਲਓ ਕਿ ਅੱਜ ਇਹ ਸਾਰੇ ਸੰਸਾਰ ਦੇ ਉੱਤੇ ਇਹ ਸਮੱਸਿਆ ਕਿਉਂ ਹੈ, ਇਹ ਪਰੇਸ਼ਾਨੀ ਕਿਉਂ ਹੈ। ਕਿਉਂ ਹੈ ਪਰੇਸ਼ਾਨੀ? ਕਿਉਂਕਿ ਬੰਦਾ ਪਰਮੇਸ਼ਵਰ ਤੋਂ ਦੂਰ ਹੈ, ਬੰਦਾ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਨਹੀਂ ਹੈ, ਬੰਦਾ ਪਰਮੇਸ਼ਵਰ ਦੀ ਆਗਿਆ ਦੇ ਵਿੱਚ ਨਹੀਂ ਹੈ। ਇਸ ਵਕਤ ਇੱਕ ਗੱਲ ਜਦੋਂ ਅਸੀਂ ਉਤਪਤ ਦੀ ਕਿਤਾਬ ਦੇ ਵਿੱਚੋਂ ਪੜ੍ਹਦੇ ਹਾਂ, ਮੈਂ ਤੁਹਾਡਾ ਧਿਆਨ ਉਤਪਤ ਦੀ ਕਿਤਾਬ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹਾਂ। ਉਤਪਤ ਦੀ ਕਿਤਾਬ ਜਦੋਂ ਪਹਿਲਾ ਅਧਿਆਇ 26 ਵਚਨ ਨੂੰ ਪੜ੍ਹਦੇ ਹਾਂ, ਬਣਾਵਟ ਦੇ ਵੱਲ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਹਾਂ। ਜਦੋਂ 26 ਵਚਨ ਦੇ ਵਿੱਚ ਇਦਾਂ ਪ੍ਰਭੂ ਜੀ ਕਹਿੰਦੇ ਹਨ, ਪ੍ਰਭੂ ਜੀ ਨੇ ਇਦਾਂ ਕਿਹਾ, ਇਦਾਂ ਕੀਤਾ। 26 ਵਚਨ 'ਚ ਲਿਖਿਆ ਹੈ, ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਬਣਾਈਏ ਆਪਣੇ ਸਰੂਪ ਤੇ ਔਰ ਆਪਣੇ ਵਰਗਾ। ਪਰਮੇਸ਼ਵਰ ਨੇ ਸਾਰੇ ਜੀਵਾਂ ਨੂੰ ਬਣਾਇਆ। ਯੋਹੰਨਾ ਕਹਿੰਦੇ ਜੋਕਰ ਤੁਸੀਂ ਅੱਖਾਂ ਨਾਲ ਦੇਖਦੇ ਆ, ਸਭ ਪਰਮੇਸ਼ਵਰ ਦੀ ਰਚਨਾ ਆ। ਇੱਥੇ ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ, ਔਰ ਯਿਸੂ ਮਸੀਹ ਦੇ ਜਿੰਦਾ ਨਾਮ 'ਚ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਵਰ ਦੀ ਸਰਵਉੱਤਮ ਰਚਨਾ ਆਦਮੀ ਹੈ, ਸਰਵਉੱਤਮ ਰਚਨਾ। ਔਰ ਪਰਮੇਸ਼ਵਰ ਨੇ ਸਾਰੀਆਂ ਵਸਤੂਆਂ ਉੱਤੇ ਰਾਜ ਕਰਨ ਦੇ ਲਈ ਆਦਮੀ ਨੂੰ ਬਣਾਇਆ। ਪਰ ਇੱਥੇ ਕੀ ਹੋ ਗਿਆ? ਇੱਕ ਆਗਿਆ ਜਿਹੜੀ ਯਹੋਵਾ ਪਰਮੇਸ਼ਵਰ ਨੇ ਆਦਮ ਨੂੰ ਦਿੱਤੀ ਸੀ, ਉਹਦੀ ਵਾਈਫ ਨੂੰ, ਹਵਾ ਨੂੰ ਦਿੱਤੀ ਸੀ, ਉਹ ਇੱਕ ਆਗਿਆ ਟੁੱਟ ਗਈ। ਬਾਗੇ ਅਦਨ ਦੇ ਵਿੱਚੋਂ ਆਦਮੀ ਬਾਹਰ ਕੱਢ ਦਿੱਤਾ ਗਿਆ। ਬਾਗੇ ਅਦਨ ਦੇ ਵਿੱਚ ਆਦਮੀ ਨੂੰ ਰੱਖਿਆ ਨਹੀਂ ਗਿਆ। ਜਦੋਂ ਪਾਪ ਹੋ ਗਿਆ, ਪਰਮੇਸ਼ਰ ਨੇ ਬਾਹਰ ਕੱਢ ਦਿੱਤਾ। ਪ੍ਰਭੂ ਦੇ ਬੱਚਿਓ, ਤੁਸੀਂ ਪਰਮੇਸ਼ਰ ਦੇ ਸਵਰੂਪ ਤੇ ਬਣਾਏ ਗਏ ਹੋ, ਤੁਸੀਂ ਪਰਮੇਸ਼ਰ ਦੇ ਵਰਗੇ ਬਣਾਏ ਗਏ ਹੋ। ਅੱਜ ਸਮਝੋ ਇਸ ਗੱਲ ਨੂੰ
ਯਿਸੂ ਮਸੀਹ ਦੇ ਨਾਮ ਦੇ ਸਮਝੋ ਕਿ ਜਿੱਦਣ ਆਦਮ ਕਿਉਂ ਕੱਢਿਆ ਗਿਆ ਬਾਹਰ, ਜਿੱਦਣ ਪਾਪ ਹੋਇਆ, ਅਣਆਗਿਆਕਾਰੀ ਹੋਈ, ਉਦਣ ਅਦਨ ਬਾਗ ਦੇ ਵਿੱਚੋਂ ਆਦਮੀ ਨੂੰ ਬਾਹਰ ਕੱਢ ਦਿੱਤਾ ਗਿਆ। ਅੱਜ ਕਿਉਂ ਕਸ਼ਟ ਆ ਜ਼ਿੰਦਗੀ ਦੇ ਅੰਦਰ, ਸੰਸਾਰ ਦੇ ਅੰਦਰ ਕਿਉਂ ਸਮੱਸਿਆਵਾਂ ਹਨ, ਕਿਉਂ ਪਰੇਸ਼ਾਨੀਆਂ ਹਨ। ਅੱਜ ਪ੍ਰਭੂ ਦੇ ਬੱਚਿਓ, ਮੈਂ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅੱਜ ਉਹ ਮਿਲਾਵਟਾਂ ਜਿਹੜੀਆਂ ਪਰਮੇਸ਼ਰ ਨੂੰ ਪਸੰਦ ਨਹੀਂ ਹੈਗੀਆਂ, ਉਹ ਭ੍ਰਿਸ਼ਟਤਾਈਆਂ ਜਿਹੜੀਆਂ ਪਰਮੇਸ਼ਰ ਘਿਣਨ ਕਰਦਾ, ਘਿਣ ਅੱਜ ਐਂਟਰ ਹੋ ਗਈਆਂ ਬਹੁਤ ਸਾਰਿਆਂ ਦੇ ਅੰਦਰ, ਅੱਜ ਦਾਖਲ ਹੋ ਗਈਆਂ ਬਹੁਤ ਸਾਰਿਆਂ ਦੇ ਅੰਦਰ। ਜਿੱਦਾਂ ਹਿਜਕੀਆ ਦੇ ਦੁਆਰਾ ਪ੍ਰਭੂ ਕਹਿ ਰਹੇ ਆ, ਇਸ ਹੈਂਕਲ ਨੂੰ ਸਾਫ਼ ਕਰੋ, ਇਹਦੇ ਅੰਦਰੋਂ ਮੈਲ ਕੱਢ ਲਓ। ਅੱਜ ਪ੍ਰਭੂ ਦੇ ਬੱਚਿਓ, ਤੁਸੀਂ ਪਰਮੇਸ਼ਰ ਦੇ ਸਵਰੂਪ ਦੇ ਬਣਾਏ ਗਏ ਆ। ਜੇਕਰ ਅੱਜ ਮੈਲ ਅੰਦਰ ਆ ਗਈ ਆ, ਅੱਜ ਜੇਕਰ ਉਹ ਚੀਜ਼ਾਂ ਅੰਦਰ ਆ ਗਈਆਂ ਆ ਜਿਹੜੀਆਂ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗਦੀਆਂ, ਮਿਲਾਵਟਾਂ ਅੰਦਰ ਆ ਗਈਆਂ ਆ, ਅੱਜ ਜ਼ਰੂਰੀ ਆ ਇਹਨਾਂ ਨੂੰ ਆਪਣੇ ਅੰਦਰੋਂ, ਆਪਣੀ ਜ਼ਿੰਦਗੀ ਦੇ ਅੰਦਰੋਂ ਕੱਢ ਦਈਏ। ਅੱਜ ਪ੍ਰਭੂ ਦੇ ਬੱਚਿਓ, ਕੀ ਗੱਲ ਹੈ, ਬਚਾਓ ਕਿੱਦਾਂ ਹੈ? ਇੱਕ ਆਦਮੀ ਬਿਮਾਰ ਹੁੰਦਾ ਹੈ, ਉਹ ਝੱਟ ਜਾਂਦਾ ਹੈ ਮੈਡੀਸਨ ਦੇ ਲਈ ਕਿ ਉਹ ਸਮੱਸਿਆ ਤੋਂ ਆਜ਼ਾਦ ਹੋਵੇ। ਸਾਰੇ ਸੰਸਾਰ ਦੇ ਵਿੱਚ ਸਨਾਟਾ ਹੈ। ਅਮਰੀਕਾ ਵਰਗੇ ਵਿਸ਼ਾਲ ਦੇਸ਼ ਡਰੇ ਹੋਏ ਆ। ਅਮਰੀਕਾ ਦੇਸ਼ ਦੀ ਖਾਸੀਅਤ ਹੈ, ਆਪਣੇ ਨਾਗਰਿਕਾਂ ਨੂੰ ਬੜੇ ਪਿਆਰ ਕਰਦੇ ਆ, ਪਰ ਅਣਗਿਣਤ ਮੌਤਾਂ ਹੋ ਗਈਆਂ। ਚਾਹ ਕੇ ਵੀ ਇੰਨੀ ਫੈਸਿਲਿਟੀ ਆ ਉੱਥੇ, ਇੰਨੇ ਲੋਕ ਆ, ਇੰਨੇ ਵਧੀਆ ਡਾਕਟਰ ਆ, ਪਰ ਚਾਹ ਕੇ ਕੁਛ ਨਹੀਂ ਕਰ ਸਕਦੇ। ਪ੍ਰਭੂ ਦੇ ਬੱਚਿਓ, ਅੱਜ ਕਿੱਦਾਂ ਬਚਾਅ ਹੋ ਸਕਦਾ ਆ? ਕਿੱਦਾਂ ਬਚ ਸਕਦੇ ਆ? ਅੱਜ ਕਿੱਦਾਂ ਸਾਡਾ ਬਚਾਓ ਆ? ਅੱਜ ਪ੍ਰਭੂ ਦਾ ਵਚਨ ਤੁਹਾਨੂੰ ਕਹਿ ਰਿਹਾ ਹੈ, ਤੁਹਾਡਾ ਬਚਾਓ ਹੈ ਘੁਟਨਿਆਂ ਤੇ ਆ ਕੇ। ਤੁਹਾਡਾ ਬਚਾਓ ਹੈ ਘੁਟਨਿਆਂ ਤੇ ਆ ਕੇ। ਪਛਤਾਤਾਪ ਦੇ ਦੁਆਰਾ ਪ੍ਰਭੂ ਨੂੰ ਕਹੋ, ਪ੍ਰਭੂ ਮੈਂ ਠੀਕ ਨਹੀਂ ਹਾਂ, ਮੇਰੇ ਅੰਦਰ ਜੋ ਸਹੀ ਨਹੀਂ ਹੈ, ਪ੍ਰਭੂ ਉਹਨੂੰ ਬਾਹਰ ਕੱਢ ਦੇ। ਮੈਂ ਯਿਸੂ ਦੇ ਨਾਮ 'ਚ ਸਭ ਤੋਂ ਪਹਿਲਾਂ ਆਪਣੇ ਭੈਣ ਭਰਾਵਾਂ ਦੇ ਨਾਲ, ਪ੍ਰਭੂ ਦੀ ਕਲੀਸਿਆ ਦੇ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ। ਜੇ ਕਲੀਸਿਆ ਦੇ ਅੰਦਰ ਪਾਪ ਹੈ, ਅੱਜ ਘੁਟਨਿਆਂ ਤੇ ਆਓ। ਫਿਰ ਮੈਂ ਮਾਨਵ ਜਾਤੀ ਨਾਲ ਗੱਲ ਕਰਨਾ ਚਾਹੁੰਦਾ ਹਾਂ। ਭਾਵੇਂ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ ਜਾਂ ਨਹੀਂ ਜਾਣਦੇ ਹੋ, ਮੈਂ ਯਿਸੂ ਦੇ ਨਾਮ 'ਚ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਜੇਕਰ ਤੁਸੀਂ ਕਿਸੇ ਪਾਪ ਵਿੱਚ ਫਸੇ ਹੋਏ ਹੋ, ਜੇ ਕਿਸੇ ਸ਼ਰਾਬ ਦੇ ਹੇਠਾਂ ਹੋਏ ਹੋ, ਜੇਕਰ ਤੁਸੀਂ ਉਹਦੇ ਵਿੱਚੋਂ ਨਿਕਲ ਨਹੀਂ ਰਹੇ ਜਾਂ ਕੋਸ਼ਿਸ਼ ਦੇ ਵਿੱਚ ਨਹੀਂ ਨਿਕਲ ਸਕਦੇ, ਅੱਜ ਮੇਰਾ ਪਰਮੇਸ਼ਰ ਹੈ, ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਆ, ਜਿਹੜਾ ਖੁਦ ਪਰਮੇਸ਼ਰ ਦਾ ਪੁੱਤਰ ਆ, ਮਨੁੱਖ ਬਣ ਕੇ ਜ਼ਮੀਨ ਤੇ ਆਇਆ। ਅੱਜ ਜੇਕਰ ਤੁਸੀਂ ਉਹ ਤੇ ਨੇਚਾ ਕਰੋਗੇ, ਉਹ ਤੁਹਾਨੂੰ ਮਿਲਾਵਟਾਂ ਤੋਂ ਬਾਹਰ ਕੱਢ ਲਵੇਗਾ। ਅੱਜ ਪ੍ਰਭੂ ਦੇ ਬੱਚਿਓ, ਡਾਕਟਰਾਂ ਕੋਲ ਇਲਾਜ ਨਹੀਂ ਹੈ, ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ ਪਵਿੱਤਰ। ਜਦੋਂ ਪਰਮੇਸ਼ਵਰ ਨੇ ਆਦਮੀ ਨੂੰ ਬਣਾਇਆ ਸੀ, ਆਦਮੀ ਪਵਿੱਤਰ ਸੀਗਾ, ਆਦਮੀ ਪਾਪੀ ਤੇ ਸ਼ਰਾਪੀ ਨਹੀਂ ਸੀਗਾ। ਪਰ ਜਦੋਂ ਅਦਨ ਦੇ ਬਾਗ ਦੇ ਵਿੱਚ ਆਦਮੀ ਔਰ ਦੁਆਰਾ ਉਹ ਫਲ ਖਾ ਲਿਆ ਗਿਆ ਔਰ ਇੱਕ ਆਗਿਆ ਨੂੰ ਤੋੜ ਦਿੱਤਾ ਗਿਆ, ਉਹ ਪਹਿਲਾ ਪਾਪ ਹੋਇਆ ਔਰ ਉਸ ਪਾਪ ਦੇ ਦੁਆਰਾ ਆਦਮੀ ਪਵਿੱਤਰ ਨਹੀਂ ਰਿਹਾ, ਆਦਮੀ ਧਰਮੀ ਨਹੀਂ ਰਿਹਾ, ਆਦਮੀ ਪਾਪੀ ਤੇ ਸ਼ਰਾਪੀ ਹੋ ਗਿਆ ਔਰ ਬਾਗੇ ਅਦਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪਰ ਪ੍ਰਭੂ ਦਾ ਧੰਨਵਾਦ ਆ, ਉਸ ਤਰਸ ਵਾਲੇ ਪਰਮੇਸ਼ਵਰ ਦਾ ਧੰਨਵਾਦ ਆ, ਜੇ ਤੋਂ ਰਿਹਾ ਨਹੀਂ ਗਿਆ। ਪ੍ਰਭੂ ਦੇ ਬੱਚਿਓ, ਤੁਹਾਡੇ ਪਰਮੇਸ਼ਵਰ ਤੋਂ ਰਿਹਾ ਨਹੀਂ ਗਿਆ, ਉਸ ਪਰਮੇਸ਼ਵਰ ਤੋਂ ਰਿਹਾ ਨਹੀਂ ਗਿਆ। ਉਹ ਪਰਮੇਸ਼ਵਰ ਖੁਦ ਮਨੁੱਖ ਬਣ ਕੇ, ਖੁਦ ਸ਼ਰੀਰ ਲੈ ਕੇ, ਇਬਰਾਨੀਆਂ ਦਾ ਲੇਖ ਕਹਿੰਦਾ ਉਹ ਲਹੂ ਤੇ ਮਾਸ ਦਾ ਸਾਂਝੀ ਹੋ ਗਿਆ, ਔਰ ਲਹੂ ਤੇ ਮਾਸ ਲੈ ਕੇ ਖੁਦ ਜ਼ਮੀਨ ਤੇ ਆ ਗਿਆ, ਤਾਂ ਕਿ ਜਿਹੜੀ ਸ੍ਰਿਸ਼ਟੀ ਦੇ ਲੋਕ ਵਿਗੜ ਚੁੱਕੇ ਸੀਗੇ, ਇਹ ਉਹਦੇ ਪੁੱਤਰ ਯਿਸੂ ਦੇ ਨੇਚਾ ਕਰਕੇ ਫਿਰ ਤੋਂ ਧਰਮੀ ਬਣ ਜਾਣ। ਅੱਜ ਪ੍ਰਭੂ ਦੇ ਬੱਚਿਓ, ਪਾਪੀ ਤੋਂ ਧਰਮੀ ਕਿੱਦਾਂ ਬਣ ਸਕਦੇ ਆ? ਯਿਸੂ ਦੇ ਵਿਸ਼ਵਾਸ ਦੇ ਦੁਆਰਾ, ਤੌਬਾ ਦੇ ਦੁਆਰਾ ਤੁਸੀਂ ਪਾਪੀ ਤੋਂ ਧਰਮੀ ਬਣ ਸਕਦੇ ਆ। ਅੱਜ ਪ੍ਰਭੂ ਤੁਹਾਨੂੰ ਕਹਿ ਰਿਹਾ ਆ, ਜੇ ਕਲੀਸਿਆ ਦੇ ਵਿੱਚ ਪਾਪ ਆ, ਕਲੀਸਿਆ ਨੂੰ ਚਾਹੀਦਾ ਆ ਪਾਪ ਨੂੰ ਬਾਹਰ ਕੱਢ ਦੋ, ਪਾਪ ਨੂੰ ਬਾਹਰ ਕੱਢ ਦੋ। ਤੁਹਾਡਾ ਪ੍ਰਭੂ ਪਾਪ ਨਾਲ ਨਫ਼ਰਤ ਕਰਦਾ ਆ, ਪਰ ਪਾਪੀ ਦੇ ਨਾਲ ਪਿਆਰ ਕਰਦਾ ਆ। ਜੇਕਰ ਤੁਸੀਂ ਅੱਜ ਪਾਪੀ ਆ ਤੇ ਪ੍ਰਭੂ ਦੇ ਅੱਗੇ ਆ ਜਾਓ, ਘੁਟਨਿਆਂ ਤੇ ਆ ਜਾਓ। ਜੋ ਤੁਸੀਂ ਘੁਟਨਿਆਂ ਤੇ ਆ ਜਾਓਗੇ, ਪ੍ਰਭੂ ਦੇ ਅੱਗੇ ਆ ਜਾਓਗੇ, ਪ੍ਰਭੂ ਤੁਹਾਨੂੰ ਪਾਪੀ ਤੇ ਸ਼ਰਾਪੀ ਰਹਿਣ ਨਹੀਂ ਦਊਗਾ, ਪ੍ਰਭੂ ਤੁਹਾਨੂੰ ਧਰਮੀ ਬਣਾ ਦਊਗਾ। ਪ੍ਰਭੂ ਦੀ ਸਤੁਤੀ ਹੋਵੇ। ਅੱਜ ਕਿਉਂ ਸਮੱਸਿਆ ਆ, ਕਿਉਂ ਪਰੇਸ਼ਾਨੀ ਆ? ਰਾਜਾ ਪੈਦਾ ਕੀਤਾ ਸੀ ਖੁਦਾ ਨੇ, ਆਦਮ ਰਾਜਾ ਸੀ ਸਾਰੀ ਸ੍ਰਿਸ਼ਟੀ ਉੱਤੇ, ਜੋ ਕੁਝ ਬਾਗੇ ਅਦਨ ਦੇ ਵਿੱਚ ਸੀਗਾ, ਸਾਰੇ ਜਲ ਜੰਤੂਆਂ ਉੱਤੇ, ਪੌਦਿਆਂ ਉੱਤੇ, ਸਭ ਕੁਝ ਉੱਤੇ ਰਾਜ ਕਰਨ ਲਈ ਰਾਜਾ ਪੈਦਾ ਕੀਤਾ ਸੀ। ਕਿ ਅੱਜ ਰਾਜਾ ਹੈ ਮਨੁੱਖ? ਨਹੀਂ ਪ੍ਰਭੂ ਦੇ ਬੱਚਿਓ, ਪਾਪ ਕਰਕੇ ਰਾਜਾ ਨਹੀਂ ਰਿਹਾ, ਜਾਨਵਰ ਬੰਦੇ ਤੇ ਰਾਜ ਕਰ ਰਹੇ ਆ। ਹੋ ਪ੍ਰੇਜ਼ ਲਾਰਡ। ਪ੍ਰਭੂ, ਅੱਜ ਜਾਨਵਰ ਰਾਜ ਕਰ ਰਹੇ ਆ, ਬੰਦਾ ਝੁਕ ਰਿਹਾ ਆ। ਅੱਜ ਪ੍ਰਭੂ ਦੇ ਬੱਚਿਓ, ਅੱਜ ਇਸ ਵਕਤ ਠੀਕ ਮੁੜਨ ਦੀ ਜ਼ਰੂਰਤ ਹੈ, ਠੀਕ ਮੁੜਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਮੁੜ ਜਾਓਗੇ, ਪਰਮੇਸ਼ਵਰ ਤੁਹਾਨੂੰ ਪਾਪੀ ਸ਼ਰਾਪੀ ਨਹੀਂ ਰਹਿਣ ਦਊਗਾ, ਪ੍ਰਭੂ ਤੁਹਾਨੂੰ ਧਰਮੀ ਬਣਾ ਦਊਗਾ। ਇੱਕ ਗੱਲ ਨੂੰ ਅਸੀਂ ਹੋਰ ਸਿੱਖਾਂਗੇ। ਉਤਪਤੀ ਕਿਤਾਬ ਜਦੋਂ 18ਵੇਂ ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਇੱਥੇ ਇੱਕ ਬੜੀ
ਜ਼ਬਰਦਸਤ ਗੱਲ ਹੈ 18ਵੇਂ ਅਧਿਆਇ ਦੇ ਵਿੱਚ, ਜਦੋਂ ਪ੍ਰਭੂ ਨੇ ਸਦੂਮ ਤੇ ਅਮੂਰਾ ਨੂੰ ਨਾਸ਼ ਕੀਤਾ, ਉਹ ਦੇਸ਼ ਨੂੰ ਨਾਸ਼ ਕੀਤਾ ਜਿਨ੍ਹਾਂ ਦੀ ਬਰਿਆਈ ਪਰਮੇਸ਼ਵਰ ਤੱਕ ਪਹੁੰਚ ਚੁੱਕੀ ਸੀ, ਜਿਨ੍ਹਾਂ ਦੇ ਕੰਮ ਇੰਨੇ ਗਲਤ ਹੋ ਚੁੱਕੇ ਸੀ ਕਿ ਪਰਮੇਸ਼ਵਰ ਪੂਰਾ ਕ੍ਰੋਧਿਤ ਹੋ ਗਿਆ ਸੀਗਾ। ਇੰਨੇ ਗਲਤ ਕੰਮ ਕਿ ਪਰਮੇਸ਼ਵਰ ਤੱਕ ਪਹੁੰਚ ਗਏ, ਔਰ ਪਰਮੇਸ਼ਵਰ ਨੇ ਫੈਸਲਾ ਦਿਆ, ਨਿਰਣੇ ਲਿਆ, ਮੈਂ ਇਹ ਸਾਰਿਆਂ ਨੂੰ ਖਤਮ ਕਰ ਦਵਾਂਗਾ। ਉਸ ਵਕਤ ਇੱਕ ਗੱਲ ਅਬਰਾਹਮ ਪਰਮੇਸ਼ਵਰ ਦੇ ਨਾਲ ਕਰ ਰਿਹਾ ਹੈ, ਅਬਰਾਹਮ ਇੱਕ ਗੱਲ ਪਰਮੇਸ਼ਵਰ ਦੇ ਨਾਲ ਕਰ ਰਿਹਾ ਹੈ। ਲੂਤ ਸਦੂਮ ਤੇ ਅਮੂਰਾ ਦੇ ਵਿੱਚ ਹੈ, ਉਹਦਾ ਪਰਿਵਾਰ ਉੱਥੇ ਹੈ, ਪਰ ਇੱਕ ਗੱਲ ਜਦੋਂ ਫਰਿਸ਼ਤੇ ਗਏ ਆ ਉਹਨੂੰ ਕੱਢਣ ਦੇ ਲਈ ਬਾਹਰ, ਉਹਨੂੰ ਮੈਸੇਜ ਦੇਣ ਲਈ ਕਿ ਬਾਹਰ ਆ ਜਾ ਤੂੰ, ਉਸ ਵਕਤ ਇੱਕ ਗੱਲ ਅਬਰਾਹਮ ਪਰਮੇਸ਼ਵਰ ਦੇ ਨਾਲ ਕਰ ਰਿਹਾ ਹੈ। ਇਹ ਗੱਲ ਜਿਹੜੀ ਅਬਰਾਹਮ ਪਰਮੇਸ਼ਵਰ ਦੇ ਨਾਲ ਕਰ ਰਿਹਾ ਹੈ, ਇਹ ਗੱਲ 18ਵੇਂ ਅਧਿਆਇ ਦੇ ਵਿੱਚ ਉਹਦੇ 20ਵੇਂ ਵਚਨ ਦੇ ਵਿੱਚ ਹੈ। ਬੜੇ ਸ਼ਾਰਟ ਦੇ ਵਿੱਚ ਅਸੀਂ ਗੱਲ ਨੂੰ ਸਿੱਖਾਂਗੇ। 20ਵੇਂ ਵਚਨ ਦੇ ਵਿੱਚ ਇਦਾਂ ਲਿਖਿਆ, ਉਪਰੰਤ ਯਹੋਵਾ ਨੇ ਆਖਿਆ, ਸਦੂਮ ਔਰ ਅਮੂਰਾ ਦਾ ਰੌਲਾ ਬਹੁਤ ਵੱਧ ਗਿਆ ਹੈ ਔਰ ਉਹਨਾਂ ਦਾ ਪਾਪ ਵੀ ਬਹੁਤ ਵੱਡਾ ਹੋ ਗਿਆ ਹੈ, ਤਾਂ ਮੈਂ ਉਤਰ ਕੇ ਵੇਖਾਂਗਾ ਕਿ ਉਹਨਾਂ ਨੇ ਉਸ ਰੋਲੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ ਸਭ ਕੁਝ ਕੀਤਾ ਹੈ, ਔਰ ਜੇ ਨਹੀਂ ਤਾਂ ਮੈਂ ਜਾਣਾਂਗਾ। ਤਾਂ ਉਹ ਮਨੁੱਖ ਉੱਥੋਂ ਮੁੜ ਕੇ ਸਦੂਮ ਵੱਲ ਤੁਰ ਪਏ ਔਰ ਅਬਰਾਹਮ ਅਜੇ ਤੀਕ ਯਹੋਵਾ ਦੇ ਸਨਮੁਖ ਖਲੋਤਾ ਰਿਹਾ। ਤਾਂ ਅਬਰਾਹਮ ਨੇ ਨੇੜੇ ਹੋ ਕੇ ਆਖਿਆ ਕਿ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ਼ ਕਰੇਂਗਾ, ਸ਼ਾਇਦ ਉਸ ਨਗਰ ਵਿੱਚ 50 ਧਰਮੀ ਹੋਣ। ਕਿ ਤੂੰ ਜ਼ਰੂਰ ਸਥਾਨ ਨੂੰ ਮਿਟਾ ਦੇਵੇਂਗਾ ਔਰ ਉਹਨੂੰ ਉਹਨਾਂ 50 ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ। ਅਬਰਾਹਮ ਇਹ ਗੱਲ ਪ੍ਰਭੂ ਨੂੰ ਕਹਿ ਰਿਹਾ ਆ ਕਿ ਜੇ ਉਸ ਸਥਾਨ ਦੇ ਵਿੱਚ ਉੱਥੇ ਜੇ 50 ਬੰਦੇ ਧਰਮੀ ਹੋਣ, ਕਿ ਖੁਦਾ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ਼ ਕਰ ਦੂੰਗਾ, ਧਰਮੀ ਨੂੰ ਕੁਧਰਮੀ ਦੇ ਨਾਲ ਨਾਸ਼ ਕਰ ਦਊਂਗਾ। ਜੇ ਉੱਥੇ 50 ਬੰਦੇ ਧਰਮੀ ਹੋਣਗੇ ਕਿ ਤੂੰ ਬਖਸ਼ੂਗਾ ਨਾ? ਖੁਦਾ ਕਹਿੰਦਾ ਮੈਂ ਬਖਸ਼ ਦਊਂਗਾ। ਪਰ ਫਿਰ ਉਹ ਕਰਦਾ 45 ਤੇ ਆ ਜਾਂਦਾ ਆ, 45 ਤੇ ਆ ਜਾਂਦਾ ਆ, ਕਹਿੰਦਾ ਪ੍ਰਭੂ ਜੀ ਜਿੱਥੇ 45 ਬੰਦੇ ਧਰਮੀ ਹੋਣ ਤੇ ਪ੍ਰਭੂ ਕਹਿੰਦਾ ਬਖਸ਼ ਦਊਂਗਾ। ਫਿਰ 40 ਤੇ ਆ ਜਾਂਦਾ, 30 ਤੇ ਆ ਜਾਂਦਾ ਆ, ਫਿਰ 20 ਤੇ ਆਖਰ ਤੇ 10 ਤੇ ਆ ਜਾਂਦਾ ਆ, ਪਰ ਪ੍ਰਭੂ ਦੇ ਬੱਚਿਓ ਉੱਥੇ ਕੋਈ ਧਰਮੀ ਨਹੀਂ ਸੀਗਾ। ਇਸ ਕਰਕੇ ਉਹ ਦੇਸ਼ ਨਾਸ਼ ਕਰ ਦਿੱਤਾ ਗਿਆ, ਸਦੂਮ ਤੇ ਅਮੂਰਾ ਨਾਸ਼ ਕਰ ਦਿੱਤਾ ਗਿਆ, ਉੱਥੇ ਦੇ ਵਸਨੀਕ ਨਾਸ਼ ਕਰ ਦਿੱਤੇ ਗਏ, ਕਿਉਂਕਿ ਉੱਥੇ ਦੇ ਲੋਕ ਧਰਮੀ ਨਹੀਂ ਨਹੀਂ ਸੀਗੇ ਬਲਕਿ ਪਾਪੀ ਤੇ ਸਰਾਪੀ ਸੀਗੇ, ਪਾਪ ਦੇ ਹੇਠਾਂ ਆ ਗਏ ਸੀ। ਖੁਦਾ ਦਾ ਕ੍ਰੋਧ ਉਹਨਾਂ ਦੇ ਉੱਤੇ ਭੜਕ ਉੱਠਿਆ ਸੀਗਾ। ਅੱਜ ਪ੍ਰਭੂ ਦੇ ਬੱਚਿਓ ਇਸ ਸੰਸਾਰ ਦੇ ਹਾਲਾਤਾਂ ਨੂੰ ਦੇਖੋ, ਕਿ ਅਸੀਂ ਪਰਮੇਸ਼ਰ ਦੇ ਬਚਨ ਦੀ ਆਗਿਆ ਦੇ ਵਿੱਚ ਹਾਂ, ਕਿ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਹਾਂ, ਕਿ ਪਰਮੇਸ਼ਰ ਦੇ ਬਚਨ ਤੋਂ ਬਾਹਰ ਹਾਂ। ਪ੍ਰਭੂ ਦੇ ਬੱਚਿਓ ਇਸ ਵਕਤ ਬਹੁਤ ਸਾਰੇ ਰਾਏ ਦੇ ਰਹੇ, ਬਹੁਤ ਸਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਆ, ਪਰ ਪ੍ਰਭੂ ਦਾ ਪਵਿੱਤਰ ਵਚਨ, ਪਵਿੱਤਰ ਕਲਾਮ ਤੁਹਾਨੂੰ ਕੀ ਕਹਿੰਦਾ ਹੈ? ਪ੍ਰਭੂ ਦਾ ਵਚਨ ਤੁਹਾਨੂੰ ਕੀ ਕਹਿੰਦਾ ਹੈ? ਪ੍ਰਭੂ ਦੀ ਗੱਲਬਾਤ ਤੁਹਾਡੇ ਲਈ ਕੀ ਹੈ? ਤੁਹਾਡੇ ਲਈ ਪ੍ਰਭੂ ਦੀ ਗੱਲਬਾਤ ਇਹੀ ਹੈ ਕਿ ਤੁਸੀਂ ਬਾਹਰ ਆ ਜਾਓ, ਮਿਲਾਵਟ ਤੋਂ ਬਾਹਰ ਆ ਜਾਓ, ਪਾਪ ਤੋਂ ਬਾਹਰ ਆ ਜਾਓ, ਸਰਾਪਾਂ ਤੋਂ ਉਰੇ ਆ ਜਾਓ, ਪ੍ਰਭੂ ਦੇ ਨਾਲ ਮਿਲਣ ਕਰ ਲਓ। ਜੇਕਰ ਦੂਰੀਆਂ ਆ ਤੇ ਘੁਟਨਿਆਂ ਤੇ ਆ ਜਾਓ, ਜੇਕਰ ਪਾਪ ਆ ਤੇ ਪ੍ਰਭੂ ਨੂੰ ਕਹੋ ਪ੍ਰਭੂ ਜੀ ਮੇਰੀ ਜ਼ਿੰਦਗੀ ਦੇ ਅੰਦਰ ਪਾਪ ਆ, ਫਿਰ ਮੇਰਾ ਪਰਮੇਸ਼ਰ ਯਸ਼ਾਯਾ 1 ਦੇ ਅਨੁਸਾਰ ਤੁਹਾਡੇ ਲਈ ਕਰੇਗਾ। ਯਸ਼ਾਯਾ 1 ਦੇ ਅਨੁਸਾਰ ਪ੍ਰਭੂ ਜੀ ਤੁਹਾਡੇ ਲਈ ਕਰੇਗਾ। ਔਰ ਉਹਨੇ ਉੱਥੇ ਬੜੀ ਵੱਡੀ ਗੱਲ ਪ੍ਰਭੂ ਨੇ ਅੱਜ ਉਸ ਵਕਤ ਵੀ ਕਹੀ, ਔਰ ਅੱਜ ਯਿਸੂ ਮਸੀਹ ਦੇ ਜਿੰਦਾ ਨਾਮ ਦੇ ਵਿੱਚ ਫਿਰ ਤੋਂ ਤੁਹਾਨੂੰ ਪ੍ਰਭੂ ਇਹ ਗੱਲ ਕਹਿ ਰਿਹਾ ਹੈ। ਜਦੋਂ ਅਸੀਂ ਯਸ਼ਾਯਾ ਦੀ ਕਿਤਾਬ ਉਹਦੇ ਪਹਿਲੇ ਅਧਿਆਇ ਨੂੰ ਪੜ੍ਹਦੇ ਹਾਂ, ਇੱਥੇ ਇੱਕ ਬੜੀ ਵਿਸ਼ੇਸ਼ ਗੱਲ ਪ੍ਰਭੂ ਜੀ ਨੇ ਕਹੀ ਹੈ। ਉਹਦੇ 16 ਵਚਨ ਦੇ ਵਿੱਚ ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰਿਆਂ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰੋ, ਬੁਰਾਈ ਨੂੰ ਛੱਡੋ। ਪ੍ਰਭੂ ਜੀ ਕਹਿੰਦੇ ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਤੋਂ ਦੂਰ ਕਰ ਦਿਓ, ਬੁਰਾਈ ਨੂੰ ਛੱਡ ਦਿਓ। ਅੱਜ ਪ੍ਰਭੂ ਦੇ ਬੱਚਿਓ ਯਿਸੂ ਮਸੀਹ ਦਾ ਲਹੂ ਕੀ ਕਰਦਾ ਹੈ? ਯਿਸੂ ਦਾ ਲਹੂ ਕੀ ਕਰਦਾ ਹੈ? ਵਸਤਰ ਦੇ ਵਿੱਚੋਂ ਮੈਲ ਕੱਢਣ ਲਈ ਤਾਂ ਬਹੁਤ ਸਾਬਣ ਦੀ ਜ਼ਰੂਰਤ ਪੈਂਦੀ ਹੈ ਔਰ ਕੀਤੀ ਜਾਂਦੀ ਹੈ, ਵਰਤੋਂ ਕੀਤੀ ਜਾਂਦੀ ਹੈ। ਜ਼ਿੰਦਗੀ ਦੇ ਅੰਦਰ ਮੈਲ ਹੈ, ਜ਼ਿੰਦਗੀ ਦੇ ਅੰਦਰ ਮਿਲਾਵਟ ਹੈ, ਜ਼ਿੰਦਗੀ ਨੂੰ ਠੀਕ ਕਰਨ ਲਈ ਕੀ ਕੀਤਾ ਜਾਵੇਗਾ? ਪ੍ਰਭੂ ਯਿਸੂ ਮਸੀਹ ਨੇ, ਖੁਦਾ ਨੇ ਖੁਦਾਈ ਇੰਤਜ਼ਾਮ ਕਰ ਦਿੱਤਾ ਹੈ। ਉਹ ਖੁਦਾਈ ਇੰਤਜ਼ਾਮ ਯਿਸੂ ਮਸੀਹ ਦਾ ਲਹੂ ਹੈ। ਪ੍ਰਭੂ ਦੀ ਸਤੁਤੀ ਹੋਵੇ। ਯਿਸੂ ਦਾ ਲਹੂ ਹੈ ਖੁਦਾਈ ਇੰਤਜ਼ਾਮ, ਯਿਸੂ ਦਾ ਲਹੂ ਹੈ ਖੁਦਾਈ ਇੰਤਜ਼ਾਮ, ਜਿਹੜਾ ਤੁਹਾਨੂੰ ਸਾਰੇ ਪਾਪਾਂ ਤੋਂ ਧੋ ਦਿੰਦਾ ਹੈ। ਵਸਤਰ ਸਾਰੇ ਯੂਜ਼ ਕਰਦੇ ਹਨ। ਆਦਮੀ ਨੇ ਪਾਪ ਕੀਤਾ, ਖੁਦਾ ਤਹਿਮਦ ਬਣਾ ਕੇ ਲਿਆਇਆ, ਚੋਲੇ ਬਣਾ ਕੇ ਲਿਆਇਆ ਆਦਮੀ ਦੇ ਲਈ। ਪਿਆਰ ਕਰਦਾ ਖੁਦਾ ਆਦਮੀ ਨੂੰ। ਆਦਮੀ ਨੇ ਅਨਾਗਿਆਕਾਰੀ ਕੀਤੀ। ਕੀ ਜ਼ਰੂਰਤ ਸੀ ਪ੍ਰਭੂ ਨੂੰ? ਫਗੂੜੀ ਦੇ ਪੱਤੇ ਸਿਉਂ ਕੇ ਪਾ ਲੈ, ਗੱਲ ਨਹੀਂ ਬਣੀ। ਖੁਦਾ ਨੂੰ ਤਰਸ ਆਇਆ, ਜਾਨਵਰ ਮਾਰਿਆ ਤੇ ਲੈ ਕੇ ਆਇਆ ਚਮੜੇ ਦੇ ਚੋਲੇ।
ਸਰੀਰ ਨੂੰ ਢੱਕਣ ਦੇ ਲਈ। ਅੱਜ ਵਸਤਰ ਮੈਲੇ ਹੋ ਜਾਂਦੇ ਆ, ਸਾਫ਼ ਕਰਦੇ ਆ, ਧੋਨੇ ਆ, ਫਿਰ ਤੋਂ ਚਮਕਦਾਰ ਹੋ ਜਾਂਦੇ ਆ। ਅੱਜ ਪ੍ਰਭੂ ਦੇ ਬੱਚਿਓ, ਜੇ ਪਾਪ ਦੇ ਕਰਕੇ, ਸ਼ਰਾਬ ਦੇ ਕਰਕੇ, ਮਿਲਾਵਟ ਕਰਕੇ ਜ਼ਿੰਦਗੀ ਦੇ ਅੰਦਰੋਂ ਚਮਕ ਚਲੀ ਗਈ ਆ, ਜ਼ਿੰਦਗੀ ਦੇ ਅੰਦਰੋਂ ਤੇਜ ਚਲਾ ਗਿਆ ਆ, ਅਰੇ ਯਿਸੂ ਦਾ ਲਹੂ ਤੁਹਾਨੂੰ ਪੁਕਾਰ ਰਿਹਾ ਆ। ਬਾਈਬਲ 'ਚ ਲਿਖਿਆ ਹਾਬਲ ਦਾ ਲਹੂ ਬੋਲਦਾ ਆ, ਯਿਸੂ ਦਾ ਲਹੂ ਹਾਬਲ ਦੇ ਲਹੂ ਤੋਂ ਕਿਤੇ ਉੱਤਮ ਆ। ਪ੍ਰਭੂ ਦੀ ਸਤੁਤੀ ਹੋਵੇ। ਯਿਸੂ ਦਾ ਲਹੂ ਹਾਬਲ ਦੇ ਲਹੂ ਤੋਂ ਕਿਤੇ ਉੱਤਮ ਆ। ਜੇਕਰ ਜ਼ਿੰਦਗੀ ਦੇ ਵਿੱਚ ਮਿਲਾਵਟਾਂ ਆ, ਬਹੁਤ ਕੁਝ ਇਦਾਂ ਦਾ ਆ ਜਿਹੜਾ ਤੁਹਾਡੇ ਤੋਂ ਛੁੱਟਦਾ ਨਹੀਂ ਹੈਗਾ, ਬਹੁਤ ਕੁਝ ਇਦਾਂ ਦਾ ਆ ਜਿਹੜਾ ਤੁਸੀਂ ਬਾਹਰ ਨਹੀਂ ਕੱਢ ਸਕਦੇ। ਮੇਰਾ ਪ੍ਰਭੂ ਤੁਹਾਨੂੰ ਕਹਿ ਰਿਹਾ ਆ, ਜੇਕਰ ਤੇਰੇ ਵਿੱਚੋਂ ਆਪਣੇ ਆਪ ਕੁਝ ਨਹੀਂ ਨਿਕਲਦਾ, ਮੇਰੇ ਕੋਲ ਆ ਜਾ, ਮੈਂ ਤੇਰੀ ਮਿਲਾਵਟ ਦੂਰ ਕਰ ਦਵਾਂਗਾ। 25 ਵਚਨ ਦੇ ਵਿੱਚ, ਯਸ਼ਾਯਾ 1:25 ਦੇ ਵਿੱਚ, ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ, ਮੈਂ ਤੇਰੀ ਖੋੜ ਤੱਕ ਕੇ ਸਿੱਕ ਨਾਲ ਕੱਢਾਂਗਾ, ਮੈਂ ਤੇਰੀ ਸਾਰੀ ਮਿਲਾਵਟ ਨੂੰ ਦੂਰ ਕਰ ਦਿਆਂਗਾ। ਪ੍ਰਭੂ ਦੇ ਬੱਚਿਓ, ਜਦੋਂ ਪਰਮੇਸ਼ਵਰ ਨੇ ਆਦਮੀ ਦੀ ਸੰਰਚਨਾ ਕੀਤੀ, ਆਦਮੀ ਜਲਾਲੀ ਬਣ ਗਿਆ, ਆਦਮੀ ਪਵਿੱਤਰ ਸੀ, ਆਦਮੀ ਦੇ ਉੱਪਰ, ਆਦਮੀ ਦੇ ਅੰਦਰ ਗਲੋਰੀ ਸੀ, ਗਲੋਰੀ ਪ੍ਰਭੂ ਦਾ ਮਸਾ ਅਭਿਸ਼ੇਕ ਸੀ ਪਹਿਲੇ ਆਦਮ ਦੇ ਵਿੱਚ, ਜਦੋਂ ਤੱਕ ਉਹਨੇ ਪਾਪ ਨਹੀਂ ਕੀਤਾ। ਅੱਜ ਯਿਸੂ ਦੇ ਨਾਮ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਣ ਆਦਮੀ ਨੇ ਪਾਪ ਕੀਤਾ, ਗਲੋਰੀ ਪਰੇ ਹੋ ਗਈ, ਅਭਿਸ਼ੇਕ ਉਹ ਚਲਾ ਗਿਆ, ਉਹ ਪਵਿੱਤਰਤਾਈ ਚਲੀ ਗਈ, ਦੂਰ ਹੋ ਗਈ। ਅੱਜ ਦੂਸਰੇ ਆਦਮ ਯਿਸੂ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ, ਦੂਸਰੇ ਆਦਮ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਸਬਰੂਪ ਮਿਲਦਾ ਹੈ, ਅਭਿਸ਼ੇਕ ਉੱਪਰ ਆਉਂਦਾ ਹੈ, ਪਵਿੱਤਰਤਾਈ ਉੱਤੇ ਆਉਂਦੀ ਹੈ, ਔਰ ਆਤਮਾ ਦੇ ਫਲ ਅੰਦਰ ਭਰੇ ਜਾਂਦੇ ਹਨ। ਪਰਮੇਸ਼ਵਰ ਦੀ ਸਮਾਨਤਾ ਦੇ ਵਿੱਚ ਆਦਮੀ ਬਣਨਾ ਸ਼ੁਰੂ ਹੋ ਜਾਂਦਾ ਹੈ। ਪ੍ਰਭੂ ਦੀ ਸਤੁਤੀ ਹੋਵੇ। ਮੈਂ ਯਿਸੂ ਦੇ ਨਾਮ 'ਚ ਤੁਹਾਨੂੰ ਦੱਸਣਾ ਚਾਹੁੰਦਾ ਹੈ, ਹੋਲੀ ਸਪਿਰਿਟ, ਪਵਿੱਤਰ ਆਤਮਾ ਇਸ ਵਕਤ ਸੰਸਾਰ ਦੇ ਵਿੱਚ ਕੀ ਕਰ ਰਿਹਾ ਹੈ? ਪਵਿੱਤਰ ਆਤਮਾ ਇਸ ਵਕਤ ਸੰਸਾਰ ਦੇ ਵਿੱਚ ਸਭ ਤੋਂ ਪਹਿਲੇ ਕੰਮ ਨੂੰ ਇਹ ਕਰ ਰਿਹਾ ਹੈ, ਉਹ ਕਲੀਸਿਆ ਨੂੰ ਯਿਸੂ ਮਸੀਹ ਦੇ ਵਰਗੇ ਬਣਾ ਰਿਹਾ ਹੈ। ਇੱਕ ਇਨਸਾਨ ਜਦੋਂ ਪਾਪੀ ਤੇ ਸ਼ਰਾਬੀ ਪ੍ਰਭੂ ਦੇ ਕੋਲ ਆਉਂਦਾ ਹੈ, ਪਵਿੱਤਰ ਆਤਮਾ ਉਹਦੇ ਅੰਦਰੋਂ ਚੀਜ਼ਾਂ ਨੂੰ, ਗਲਤ ਚੀਜ਼ਾਂ ਨੂੰ ਕੱਢਦਾ ਹੈ। ਇਸ ਵਚਨ ਦੇ ਅਨੁਸਾਰ ਪ੍ਰਭੂ ਆਪਣਾ ਹੱਥ ਉਹਦੇ ਉੱਤੇ ਫੇਰਦਾ ਹੈ, ਮਿਲਾਵਟਾਂ ਨੂੰ ਦੂਰ ਕਰਦਾ ਹੈ, ਔਰ ਪ੍ਰਭੂ ਯਿਸੂ ਮਸੀਹ ਦਾ ਆਤਮਾ ਔਰ ਰੂਹ, ਪਵਿੱਤਰ ਆਤਮਾ ਇੱਕ ਇਨਸਾਨ ਨੂੰ ਪ੍ਰਭੂ ਯਿਸੂ ਦੀ ਸਮਾਨਤਾ ਦੇ ਵਿੱਚ ਬਣਾਉਂਦਾ ਹੈ। ਅੱਜ ਪ੍ਰਭੂ ਦੇ ਬੱਚਿਓ, ਇਸ ਸੰਸਾਰ ਦੇ ਵਿੱਚ ਜੋ ਹੈ, ਪ੍ਰਭੂ ਕ੍ਰੋਧਿਤ ਹੋ ਗਿਆ ਹੈ, ਪ੍ਰਭੂ ਕ੍ਰੋਧਿਤ ਹੋ ਗਿਆ ਹੈ। ਰਾਜਿਆਂ ਦੇ ਵਿੱਚ ਪੜਿਆ, ਇਤਿਹਾਸ ਦੇ ਵਿੱਚ ਅਸੀਂ ਪੜਿਆ ਕਿ ਉਸ ਮੰਦਰ ਦੇ ਵਿੱਚ ਉਹ ਕੰਮ ਨਹੀਂ ਹੋ ਰਹੇ ਸੀ ਜਿਹਦੇ ਲਈ ਮੰਦਰ ਸੀਗਾ। ਉੱਥੇ ਮੈਲ ਆ ਗਈ ਸੀਗੀ, ਦਰਵਾਜ਼ੇ ਬੰਦ ਹੋ ਗਏ ਸੀਗੇ, ਦਰਵਾਜ਼ੇ ਬੰਦ ਹੋ ਗਏ ਸੀ। ਕ੍ਰੋਧ ਸੀ ਪਰਮੇਸ਼ਰ ਦਾ। ਕਿਉਂ ਜੋ ਕੰਮ ਦੇ ਲਈ, ਜਿਸ ਕੰਮ ਦੇ ਲਈ ਯਹੋਵਾ ਦਾ ਭਵਨ ਸੀਗਾ, ਯਹੋਵਾ ਦੇ ਭਵਨ ਦੇ ਵਿੱਚ ਉਹ ਕੰਮ ਨਹੀਂ ਹੋ ਰਿਹਾ। ਅੱਜ ਇਹ ਮੰਦਰ ਦਾ ਇੱਕ ਕੰਮ ਹੈ। ਪ੍ਰੇਜ਼ ਦਾ ਲਾਰਡ, ਪ੍ਰਭੂ ਦੀ ਸਤੁਤੀ ਹੋਵੇ। ਅੱਜ ਇਸ ਮੰਦਰ ਦਾ ਇੱਕ ਕੰਮ ਹੈ। ਬਾਈਬਲ ਦੇ ਪੁਰਾਣੇ ਨੇਮ ਦੇ ਵਿੱਚ ਇੱਕ ਮੰਦਰ ਆ, ਨਵੇਂ ਨੇਮ ਦੇ ਵਿੱਚ ਪ੍ਰਭੂ ਦਾ ਵਚਨ ਕੁਰਿੰਥੀਆਂ ਦੀ ਕਿਤਾਬ ਦੇ ਵਿੱਚ ਕੱਲ ਤੁਹਾਨੂੰ ਕਹਿੰਦਾ ਕਿ ਮੇਰੇ ਮੰਦਰ, ਮੇਰੀ ਹੈਂਕਲ ਤੁਸੀਂ ਹੋ। ਇਸ ਮੰਦਰ ਦਾ ਇੱਕ ਕੰਮ ਹੈ। ਇਸ ਮੰਦਰ ਦਾ ਕੰਮ ਹੈ ਪਰਮੇਸ਼ਰ ਦੀ ਵਡਿਆਈ ਕਰਨਾ। ਇਸ ਮੰਦਰ ਦਾ ਕੰਮ ਹੈ ਪਰਮੇਸ਼ਰ ਦੀ ਸਤੁਤੀ ਕਰਨਾ। ਇਸ ਮੰਦਰ ਦਾ ਕੰਮ ਹੈ ਪਰਮੇਸ਼ਰ ਦੀ ਆਰਾਧਨਾ ਕਰਨਾ। ਪਰ ਜੇਕਰ ਅੱਜ ਇਸ ਮੰਦਰ ਦੇ ਵਿੱਚ ਕੁਝ ਗਲਤ ਆ ਗਿਆ ਆ, ਇਸ ਮੰਦਰ ਦੇ ਵਿੱਚ ਅੱਜ ਜੇਕਰ ਕੁਝ ਗਲਤ ਹੋ ਰਿਹਾ ਆ, ਤੇ ਪਰਮੇਸ਼ਰ ਬਹੁਤ ਦੁਖੀ ਆ, ਬਹੁਤ ਦੁਖੀ ਆ, ਬਹੁਤ ਦੁਖੀ ਆ ਤੁਹਾਡਾ ਪਰਮੇਸ਼ਵਰ। ਅੱਜ ਤੁਹਾਡਾ ਪਰਮੇਸ਼ਵਰ ਤੁਹਾਨੂੰ ਆਪਣੀ ਗੱਲਬਾਤ ਦੇ ਵਿੱਚੋਂ ਇਹ ਕਹਿ ਰਿਹਾ ਆ, हे ਪ੍ਰਭੂ ਦੇ ਬੱਚਿਓ, ਜੇਕਰ ਤੁਹਾਡੇ ਵਿੱਚ ਪਾਪ ਆ, ਅੱਜ ਆਪਣੇ ਪਾਪਾਂ ਤੋਂ ਮੁੜ ਆਓ, ਅੱਜ ਆਪਣੇ ਪਾਪਾਂ ਤੋਂ ਬਾਹਰ ਆ ਜਾਓ, ਅੱਜ ਆਪਣੇ ਪਾਪਾਂ ਤੋਂ ਬਾਹਰ ਆ ਜਾਓ। ਜੇ ਤੁਸੀਂ ਆਪਣੇ ਪਾਪਾਂ ਤੋਂ ਬਾਹਰ ਆ ਜਾਓਗੇ, ਤੁਹਾਡਾ ਪਰਮੇਸ਼ਵਰ ਤੁਹਾਡੇ ਤੇ ਆਨੰਦਿਤ ਹੋ ਜਾਊਗਾ, ਤੁਹਾਨੂੰ ਮਸਾ ਨਾ ਭਰ ਦਊਗਾ, ਤੁਹਾਨੂੰ ਅਭਿਸ਼ੇਕ ਨਾ ਭਰ ਦਊਗਾ, ਤੁਹਾਨੂੰ ਸਾਮਰਥ ਨਾ ਭਰ ਦਊਗਾ। ਓ ਪ੍ਰੇਜ਼ ਦ ਲਾਰਡ। ਪ੍ਰਭੂ ਦੇ ਬੱਚਿਓ, ਅੱਜ ਮੁੜ ਆਓ ਇਹਨਾਂ ਸਾਰੀਆਂ ਗੱਲਾਂ ਤੋਂ। ਇੱਕ ਉਲਟੇ ਹਾਲਾਤ ਨੂੰ ਸੰਸਾਰ ਵਿੱਚ ਦੇਖਦੇ ਹਾਂ। ਉਲਟੇ ਹਾਲਾਤ ਨੂੰ ਕਿਉਂ ਹੈ? ਕਿਉਂਕਿ ਜਿਸ ਕੰਮ ਦੇ ਲਈ ਆਦਮੀ ਬਣਾਇਆ ਗਿਆ ਸੀ, ਇਹ ਮੰਦਰ ਜਿਸ ਕੰਮ ਲਈ ਬਣਾਇਆ ਗਿਆ ਸੀ, ਅੱਜ ਇਸ ਮੰਦਰ ਦੇ ਦੁਆਰਾ ਉਹ ਕੰਮ ਨਹੀਂ ਹੋ ਰਿਹਾ। ਪ੍ਰਭੂ ਚਾਹੁੰਦੇ ਹਨ ਇਸ ਮੰਦਰ ਦੇ ਦੁਆਰਾ ਪ੍ਰਭੂ ਦੀ ਸਤੁਤੀ ਹੋਵੇ। ਅੱਜ ਪ੍ਰਭੂ ਚਾਹੁੰਦੇ ਹਨ ਇਸ ਮੰਦਰ ਦੇ ਦੁਆਰਾ ਪ੍ਰਭੂ ਦੀ ਆਰਾਧਨਾ ਹੋਵੇ। ਅੱਜ ਪ੍ਰਭੂ ਚਾਹੁੰਦੇ ਹਨ ਇਸ ਮੰਦਰ ਦੇ ਦੁਆਰਾ ਪ੍ਰਭੂ ਦੀ ਪ੍ਰਸਤਿਸ਼ ਹੋਵੇ। ਜੇ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਦੋਗੇ, ਤੁਹਾਡਾ ਪ੍ਰਭੂ ਤੁਹਾਡੇ ਤੇ ਕ੍ਰੋਧਵਾਦ ਨਹੀਂ ਹੋਊਗਾ, ਨਹੀਂ ਹੋਊਗਾ, ਨਹੀਂ ਹੋਊਗਾ, ਨਹੀਂ ਹੋਊਗਾ। ਕਿਉਂਕਿ ਪ੍ਰਭੂ ਜੀ ਇੱਕ ਜਗ੍ਹਾ ਇਦਾਂ ਕਹਿੰਦੇ ਆ, ਜੇਕਰ ਮੈਂ ਬੁਰਾਈ ਦਾ ਸੋਚਿਆ ਹੋਵੇ ਨਾ ਤੁਹਾਡੇ ਲਈ, ਤੁਸੀਂ ਮੋੜ ਆਓ, ਪਛਤਾਤਾਪ ਕਰੋ। ਕਹਿੰਦੇ ਮੈਂ ਪਛਤਾਊਂਗਾ, ਮੈਂ ਪਛਤਾਊਂਗਾ। ਯਰਮੀਆ ਦੁਆਰਾ ਪ੍ਰਭੂ ਕਹਿੰਦੇ ਆ, ਮੈਂ ਪਛਤਾਊਂਗਾ ਜੋ ਤੁਹਾਡੇ ਬਾਰੇ ਸੋਚੀ ਸੀਗੀ, ਨਹੀਂ ਕਰੂੰਗਾ। ਨੀਨਵਾ ਨਾਸ਼ਕਾਂ ਦੀ ਗੱਲ ਦੁਰਗਾ ਖੁਦਾ ਦੇ ਹਜ਼ੂਰੋਂ ਜਾਰੀ ਹੋ ਗਈ, ਫਰਮਾਨ ਪਰਮੇਸ਼ਰ ਦੀ ਹਜ਼ੂਰੋਂ ਜਾਰੀ ਹੋ ਗਿਆ, ਪਰ ਪਛਤਾਤਾਪ ਕਰ ਲਿਆ।
ਵਰਤ ਰੱਖ ਲੈ, ਪ੍ਰਭੂ ਨੇ ਆਪਣੀ ਗੱਲ ਨੂੰ ਟਾਲ ਦਿੱਤਾ। ਅੱਜ ਪ੍ਰਭੂ ਦੇ ਬੱਚਿਓ, ਜੇਕਰ ਇਸ ਸੰਸਾਰ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚੋਂ ਤੁਸੀਂ ਗੁਜ਼ਰ ਰਹੇ ਆ, ਜੇਕਰ ਤੁਹਾਡੇ ਅੰਦਰ ਪਾਪ ਆ, ਤੁਹਾਡੀ ਜ਼ਿੰਦਗੀ ਠੀਕ ਨਹੀਂ ਹੈਗੀ, ਤੁਹਾਡਾ ਰਿਸ਼ਤਾ ਖੁਦਾ ਨਾਲ ਠੀਕ ਨਹੀਂ ਹੈਗਾ, ਅੱਜ ਪ੍ਰਭੂ ਤੁਹਾਨੂੰ ਆਪਣੇ ਵਚਨ ਦੇ ਵਿੱਚੋਂ ਕਹਿ ਰਿਹਾ ਆ, ਹੇ ਮੇਰੀ ਪ੍ਰਜਾ, ਹੇ ਮੇਰੀ ਪ੍ਰਜਾ, ਅੱਜ ਪਾਪ ਤੋਂ ਬਾਹਰ ਆ ਜਾ, ਅੱਜ ਪਾਪ ਤੋਂ ਬਾਹਰ ਆ ਜਾ, ਸਰਾਪਾਂ ਤੋਂ ਬਾਹਰ ਆ ਜਾ। ਮੈਂ ਤੈਨੂੰ ਕੱਢ ਲੈਣਾ ਆ, ਕਿਉਂਕਿ ਮੈਂ ਸਰਾਪੀ ਹੋ ਗਿਆ ਆ, ਮੈਂ ਪਾਪੀ ਹੋ ਗਿਆ ਆ, ਤਾਂ ਕਿ ਤੂੰ ਪਾਪੀ ਤੇ ਸਰਾਪੀ ਨਾ ਰਵੇਂ, ਤੂੰ ਧਰਮੀ ਬਣ ਜਾਵੇ, ਔਰ ਤੈਨੂੰ ਮੈਂ ਆਪਣੀ ਧਾਰਮਿਕਤਾ ਦੇਵਾਂਗਾ। ਪ੍ਰੇਜ਼ ਦਾ ਲਾਰਡ। ਰੋਮੀਆਂ ਦੀ ਕਿਤਾਬ ਦੱਸਦੀ ਆ, ਅਸੀਂ ਮੁਫਤ ਵਿੱਚ ਧਰਮੀ ਗਿਣੇ ਗਏ, ਨਿਸ਼ਚਾ ਦੇ ਦੁਆਰਾ, ਤੌਬਾ ਦੇ ਦੁਆਰਾ ਧਰਮੀ ਬਣਦੇ ਹਾਂ। ਅੱਜ ਤੁਹਾਡਾ ਪ੍ਰਭੂ ਤੁਹਾਨੂੰ ਧਰਮੀ ਬਣਾਉਣਾ ਚਾਹੁੰਦਾ ਹੈ। ਯਿਸੂ ਦੇ ਨਾਮ ਵਿੱਚ ਮਿਲਾਵਟਾਂ ਨੂੰ ਬਾਹਰ ਕੱਢ ਦਿਓ, ਯਿਸੂ ਦੇ ਨਾਮ ਵਿੱਚ ਮਿਲਾਵਟਾਂ ਨੂੰ ਬਾਹਰ ਕੱਢ ਦਿਓ, ਯਿਸੂ ਦੇ ਨਾਮ ਵਿੱਚ ਮਿਲਾਵਟਾਂ ਨੂੰ ਬਾਹਰ ਕੱਢ ਦਿਓ। ਅੱਜ ਆਦਮੀ ਨੂੰ ਦੇਖ ਨਹੀਂ ਰਿਹਾ, ਆਦਮੀ ਨੂੰ ਦੇਖ ਨਹੀਂ ਰਿਹਾ, ਆਦਮੀ ਨੂੰ ਦੇਖ ਕੇ ਖੁਸ਼ ਨਹੀਂ ਹੈਗਾ। ਜੈਲਸੀ ਕਿੱਥੋਂ ਆ ਗਈ, ਕਿੱਥੋਂ ਆ ਗਈ ਈਰਖਾ ਅੰਦਰ? ਖੁਦਾ ਨੇ ਤਾਂ ਬੰਦੇ ਦੇ ਅੰਦਰ ਪਾਈ ਨਹੀਂ ਸੀਗੀ, ਫਰਿਸ਼ਤਿਆਂ ਨੂੰ ਉਹਨੇ ਸ਼ਕਤੀ ਦਿੱਤੀ, ਖੋਈ ਨਹੀਂ, ਵਾਪਸ ਨਹੀਂ ਲਈ। ਬੰਦੇ ਦੇ ਅੰਦਰ ਈਰਖਾ ਕਿੱਥੋਂ ਆ ਗਈ? ਬੰਦਾ ਕਹਿ ਰਿਹਾ ਆ ਮੇਰਾ ਆ, ਮੈਨੂੰ ਵਾਪਸ ਕਰ ਦੇ। ਇਹ ਕਿੱਥੋਂ ਆ ਗਿਆ? ਪ੍ਰਭੂ ਦੇ ਬੱਚਿਓ, ਇਹ ਪ੍ਰਭੂ ਬੜਾ ਸਮਾਨ ਨਹੀਂ ਹੈਗਾ, ਇਹ ਕਿਸੇ ਹੋਰ ਦਾ ਸਮਾਨ ਹੈ ਜਿਹੜਾ ਤੁਹਾਡੇ ਵਿੱਚ ਇੰਸਟਾਲ ਹੋ ਗਿਆ, ਭਰ ਗਿਆ। ਇਹਨੂੰ ਬਾਹਰ ਕੱਢ ਦਿਓ। ਜੇ ਤੁਸੀਂ ਆਪਣੇ ਅੰਦਰੋਂ ਬਾਹਰ ਕੱਢ ਦੋਗੇ, ਤੁਸੀਂ ਪਰਮੇਸ਼ਰ ਦੀ ਸਮਾਨਤਾ ਦੇ ਵਿੱਚ ਬਣ ਜਾਓਗੇ, ਪਰਮੇਸ਼ਰ ਵਰਗੇ ਬਣ ਜਾਓਗੇ। ਔਰ ਪ੍ਰਭੂ ਜਦੋਂ ਇੱਕ ਇਨਸਾਨ ਨੂੰ ਦੇਖਦਾ ਆ, ਏਦਾਂ ਦੇ ਇਨਸਾਨ ਨੂੰ ਦੇਖਦਾ ਆ, ਔਰ ਦੁਖੀ ਹੁੰਦਾ ਆ। ਯਰਮੀਆ ਦੁਆਰਾ ਪ੍ਰਭੂ ਕਹਿੰਦੇ, ਮੇਰੀ ਜਾਨ ਰੋਂਦੀ ਆ, ਮੇਰੀਆਂ ਅੱਖਾਂ ਵਿੱਚ ਆਂਸੂ ਆ, ਮੇਰੀਆਂ ਅੱਖਾਂ ਫੁੱਟ ਕੇ ਰੋਂਦੀਆਂ ਆ। ਕਿਉਂ ਰੋਵੇ ਖੁਦਾ? ਕਿਉਂਕਿ ਉਹਦੇ ਲੋਕ ਵਿਗੜ ਗਏ। ਅੱਜ ਪ੍ਰਭੂ ਦੇ ਬੱਚਿਓ, ਤੁਹਾਡੇ ਲਈ ਇਸ ਸਮੇਂ, ਜੋ ਤੁਸੀਂ ਪ੍ਰਭੂ ਦੀ ਗੱਲਬਾਤ ਨੂੰ ਸੁਣ ਚੁੱਕੇ ਹੋ, ਇਹ ਸਮੇਂ ਹੈ ਆਪਣੇ ਆਪ ਪਾਪਾਂ ਨੂੰ ਛੱਡਣ ਦਾ, ਪਛਤਾਪ ਕਰਨ ਦਾ ਸਮੇਂ ਹੈ, ਆਪਣੀਆਂ ਉਹਨਾਂ ਗਲਤੀਆਂ ਨੂੰ ਤਿਆਗ ਦੇਣ ਦਾ ਸਮੇਂ ਹੈ। ਇਸ ਵਕਤ ਪਵਿੱਤਰ ਆਤਮਾ ਸਾਡੇ ਵਿੱਚ ਹੈ। ਪ੍ਰਭੂ ਦਾ ਦਾਸ ਪੌਲੁਸ ਕੁਰਿੰਥਸ ਦੇ ਲੋਕਾਂ ਨੂੰ ਕਹਿ ਰਿਹਾ ਆ, ਮੈਂ ਸਰੀਰ ਕਰਕੇ ਤੁਹਾਡੇ ਵਿੱਚ ਨਹੀਂ ਹਾਂ ਸਰੀਰ ਕਰਕੇ, ਪਰ ਆਤਮਾ ਕਰਕੇ ਤੁਹਾਡੇ ਵਿੱਚ ਹਾਂ। ਪਵਿੱਤਰ ਆਤਮਾ ਇੱਕੋ ਹੀ ਹੈ, ਸਾਡੇ ਸਾਰਿਆਂ ਦੇ ਵਿੱਚ ਹੈ। ਜੇ ਤੁਸੀਂ ਇਸ ਗੱਲਬਾਤ ਨੂੰ ਇਸ ਵਕਤ ਸੁਣ ਚੁੱਕੇ ਹੋ, ਜੇਕਰ ਤੁਸੀਂ ਸੱਚਮੁੱਚ ਆਪਣੇ ਉਹਨਾਂ ਭੈੜੇ ਕੰਮਾਂ ਤੋਂ ਬਾਹਰ ਹੋਣਾ ਚਾਹੁੰਦੇ ਹੋ, ਆਓ ਕੁਝ ਸਮੇਂ ਲਈ ਅੱਖਾਂ ਨੂੰ ਬੰਦ ਕਰੋ। ਪਵਿੱਤਰ ਆਤਮਾ ਸਾਡੇ ਵਿੱਚ ਹੈ। ਬਾਈਬਲ 'ਚ ਲਿਖਿਆ, ਦੂਜਾ ਸਹਾਇਕ ਮਦਦਗਾਰ ਦਾ ਅਰਥ ਸਾਡੀ ਸਹਾਇਤਾ, ਸਾਡੀ ਮਦਦ ਕਰਨ ਵਾਲਾ। ਜਿਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲ ਸਕਦੇ, ਚੋਰੀ ਨਹੀਂ ਛੱਡ ਰਿਹਾ, ਅੱਜ ਜੇਕਰ ਇਦਾਂ ਦਾ ਹੈਗਾ ਤੁਹਾਡੇ ਵਿੱਚੋਂ ਕੋਈ, ਜੇਕਰ ਅੱਜ ਕਲੀਸਿਆ ਦੇ ਅੰਦਰ ਵੀ ਕੋਈ ਪ੍ਰਭੂ ਤੇ ਵਿਸ਼ਵਾਸ ਕਰ ਰਿਹਾ ਆ, ਉਹਦੀ ਜ਼ਿੰਦਗੀ ਦੇ ਅੰਦਰ ਉਹਦੀ ਜ਼ਿੰਦਗੀ ਠੀਕ ਨਹੀਂ ਹੈਗੀ, ਅੱਜ ਉਹ ਪਵਿੱਤਰ ਆਤਮਾ ਦੇ ਸਪਰਸ਼ ਦੇ ਵਿੱਚ ਆਵੇ, ਅੱਜ ਪਵਿੱਤਰ ਆਤਮਾ ਦੀ ਅਧੀਨਤਾ ਦੇ ਵਿੱਚ ਆਵੇ, ਅੱਜ ਪ੍ਰਭੂ ਦੇ ਅੱਗੇ ਪੇਸ਼ ਹੋ ਜਾਵੇ ਔਰ ਪ੍ਰਭੂ ਨੂੰ ਕਹੇ, ਪ੍ਰਭੂ ਮੈਂ ਇੱਥੋਂ ਠੀਕ ਨਹੀਂ ਹੈਗਾ। ਆਈਏ ਸਭ ਕੁਝ ਸਮੇਂ ਲਈ ਪ੍ਰਾਰਥਨਾ ਕਰੀਏ, ਕੁਝ ਸਮੇਂ ਲਈ ਪ੍ਰਾਰਥਨਾ ਕਰੀਏ। ਪਵਿੱਤਰ ਆਤਮਾ ਸਾਡੇ ਵਿੱਚ ਹੈ, ਪ੍ਰਭੂ ਦਾ ਰੂਹ ਸਾਡੇ ਵਿੱਚ ਹੈ, ਪ੍ਰਭੂ ਦਾ ਰੂਹ ਸਾਡੇ ਵਿੱਚ ਹੈ। ਪ੍ਰਭੂ ਜਦੋਂ ਤੇਰੇ ਲੋਕਾਂ ਨੇ ਤੇਰੇ ਵਚਨ ਨੂੰ ਸੁਣਿਆ ਹੈ, ਆਪਣੇ ਨੇ ਸਾਰੀ ਬੁਰਾਈ ਤੋਂ ਮੁੜਨਾ ਚਾਹੁੰਦੇ ਹਨ। ਪਵਿੱਤਰ ਆਤਮਾ ਮਦਦ ਕਰੋ, 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 ਪਵਿੱਤਰ ਆਤਮਾ ਮਦਦ ਕਰੋ। ਓ ਲਾਰਡ, ਪਵਿੱਤਰ ਆਤਮਾ ਤੁਸੀਂ ਮਦਦ ਕਰੋ, ਆਪਣੇ ਬੱਚਿਆਂ ਨੂੰ ਧਰਮੀ ਬਣਾਓ ਪ੍ਰਭੂ ਜੀ, ਪਾਪਾਂ ਸਰਾਪਾਂ ਚੋਂ ਬਾਹਰ ਕੱਢ ਲਓ। ਹੋ ਪ੍ਰਭੂ ਜੀ, ਜਿਹੜੀਆਂ ਗਲਤੀਆਂ, ਜਿਹੜੀਆਂ ਪ੍ਰਭੂ ਬੁਰੇ ਕੰਮ ਚਿੰਬੜੇ ਹੋਏ ਆ ਖੁਦਾਵੰਦਾ, ਉਹਨਾਂ ਨੂੰ ਕੱਢ ਦੋ ਪ੍ਰਭੂ। ਜਦੋਂ ਸਰੀਰ ਇਹ ਮੰਦਰ ਮਿਲਾਵਟਾਂ ਨਾਲ ਭਰ ਗਿਆ ਆ, ਅੱਜ ਯਿਸੂ ਦੇ ਲਹੂ ਦੁਆਰਾ ਸ਼ੁੱਧ ਹੋ ਜਾਏ, 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 ਯਿਸੂ ਦੇ ਲਹੂ ਦੁਆਰਾ ਸ਼ੁੱਧ ਹੋ ਜਾਏ। ਹਾਲੇਲੂਇਆ। ਹੋ ਪ੍ਰਭੂ, ਅੱਜ ਹਰ ਜਨ ਪਛਤਾਪ ਕਰ ਦੇ, ताकि खुदावन तेरा क्रोध टल जाए, तेरा क्रोध टल जाए, तेरा क्रोध टल जाए, तेरी दया दी निगाह हो जाए, तेरी दया दी निगाह हो जाए। प्रभु जी, असी तेरे चरनां दे विच आ और खुदावन मांग करदे तेरी किरपा दा हत्थ सदा बनिया रहे। धन्नवाद करदे आ, धन्नवाद करदे आ, धन्नवाद करदे आ। साडियां सारियां प्रार्थनां तुसीं सुन लिया, मन लिया। धन्नवाद, 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 धन्नवाद। ये सारियां दुआ प्रार्थना यीशु मसीह दे सामर्थी नाम दे अधीन होके मंगदे हां। आमीन, आमीन। जय मसीह दी सारे भैन भरावां नूं प्रभु आप नूं बरकत दे।